ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਮਾਰੂ ਵਬਾ ਨੇ ਹਜ਼ਾਰਾਂ ਦੀ ਜਾਨ ਲਈ ਹੋਵੇ, ਸਿਹਤ ਢਾਂਚੇ ਦਾ ਜਨਾਜ਼ਾ ਨਿਕਲ ਗਿਆ ਹੋਵੇ, ਸੂਬੇ ਵਿੱਚ ਇੱਕ ਵੱਡਾ ਅੰਦੋਲਨ ਚੱਲ ਰਿਹਾ ਹੋਵੇ, ਮੱਥਾ ਸਰਕਾਰੇ ਹਿੰਦ ਨਾਲ ਲੱਗਿਆ ਹੋਵੇ, ਹਜ਼ਾਰਾਂ ਮਿਹਨਤਕਸ਼ ਕਿਸਾਨ ਮਜ਼ਦੂਰ ਦਿੱਲੀ ਦੇ ਬਾਰਡਰ ਤੇ ਮਹੀਨਿਆਂ ਤੋਂ ਡਟੇ ਹੋਣ, ਖੇਤੀ ਵਿੱਚ ਦਹਾਕਿਆਂ ਤੋਂ ਐਸੀ ਖੜੋਤ ਆਈ ਹੋਵੇ ਕਿ ਸੁਪਨੇ ਜ਼ਿੰਦਗੀਆਂ ਜਿਉਣ ਦਾ ਢੰਗ ਹੀ ਮਰਨ ਕਿਨਾਰੇ ਆ ਗਿਆ ਹੋਵੇ, ਚੰਗੀ ਸਕੂਲੀ ਅਤੇ ਉਚੇਰੀ ਸਿੱਖਿਆ ਵਿੱਤੋਂ ਬਾਹਰ ਹੋ ਗਈ ਹੋਵੇ, ਸਿਹਤ ਸਿੱਖਿਆ ਢਾਂਚੇ ਵਿੱਚ ਮੁਨਾਫਾਖੋਰ ਨਿੱਜੀ ਸੈਕਟਰ ਨੱਚਦਾ ਫਿਰੇ, ਸ਼ਹਿਰਾਂ ਵਿੱਚ ਬੇਰੁਜ਼ਗਾਰ ਨਿਤ ਨੌਕਰੀਆਂ ਮੰਗਦੇ ਪੁਲਿਸ ਦੀਆਂ ਡਾਂਗਾਂ ਖਾਂਦੇ ਹੋਣ, ਹਕੂਮਤ ਦੀ ਪੱਥਰਦਿਲੀ ਵੇਖ ਕੇ ਆਏ ਦਿਨ ਦੁਖੀ ਲੋਕ ਪਾਣੀ ਦੀਆਂ ਟੈਂਕੀਆਂ ਤੇ ਚੜ੍ਹਦੇ ਹੋਣ, ਪੁਰਾਣੇ ਮਸਲੇ ਹੱਲ ਨਾ ਹੋਣ ਤੇ ਨਿਤ ਨਵੇਂ ਚੰਨ ਚੜ੍ਹਦੇ ਹੋਣ, ਕਹਿਰ ਹੋਵੇ ਗਰਮੀ ਦਾ ਤੇ ਲੋਕ ਬਿਜਲੀ ਖੁਣੋਂ ਤੜਪਦੇ ਹੋਣ, ਪੰਜਾਬ ਦੀ ਖੇਤੀ ਇੰਡਸਟਰੀ ਸਰਵਿਸਿਜ਼ ਹਰ ਖੇਤਰ ਵਿੱਚ ਕ੍ਰਾਈਸਿਸ ਹੋਵੇ ਤੇ ਉੱਤੋਂ ਆ ਜਾਵੇ ਇਲੈਕਸ਼ਨ। ਸੋਚੋ ਕਿਹੜੀਆਂ ਬਹਿਸਾਂ ਭਖ ਜਾਣਗੀਆਂ। ਅਸੀਂ ਅੱਗੋਂ ਕਿਵੇਂ ਜਿਉਣਾ ਹੈ? ਕੁਦਰਤ ਨਾਲ ਸੰਤੁਲਨ ਵਾਲੀ ਖੇਤੀ ਦਾ ਮਾਡਲ ਕੀ ਹੋਵੇਗਾ? ਪੰਜਾਬ ਦਾ ਕੇਂਦਰ ਨਾਲ ਰਿਸ਼ਤਾ ਕੀ ਹੋਵੇ? ਸਾਰੀ ਸੈਂਟਰ ਸਟੇਟ ਰਿਲੇਸ਼ਨਸ ਦੀ ਪੰਡ ਕਿਵੇਂ ਖੁੱਲੇ? ਸਿਹਤ ਸਿੱਖਿਆ ਦਾ ਦੂਰਗਾਮੀ ਹੱਲ ਕੀ ਹੋਵੇ? 100 ਸੱਚ ਥਿੰਗਸ। ਪਰ ਅਸੀਂ ਚਰਚਾ ਕੀ ਕਰ ਰਹੇ? ਨਵਜੋਤ ਸਿੱਧੂ ਦਾ ਕੀ ਬਣੂ? ਅਮਰਿੰਦਰ ਸਿੰਘ ਨੂੰ ਕਾਂਗਰਸ ਦਾ ਪ੍ਰਧਾਨ ਕਿਹੜਾ ਚਾਹੀਦਾ ਹੈ? ਉਹ ਹਿੰਦੂ ਲੀਡਰਾਂ ਨਾਲ ਮੁੱਖ ਮੰਤਰੀ ਦੀ ਮੀਟਿੰਗ ਕਿਵੇਂ ਰਹੀ ਹੈ? ਤੇ ਕੇਜਰੀਵਾਲ ਕਿੰਨੇ ਯੂਨਿਟ ਬਿਜਲੀ ਫ੍ਰੀ ਦੇਵੇਗਾ? ਤੇ ਅਕਾਲੀ ਦਲ ਨੂੰ ਬੇਅਦਬੀ ਵਾਲੇ ਮੁੱਦੇ ਨਾਲ ਕਿੰਨਾ ਨੁਕਸਾਨ ਹੋਵੇਗਾ? ਕਿਹੜੀ ਪਾਰਟੀ ਕਹਿੰਦੀ ਹੈ ਜੀ ਅੱਜ ਕੱਲ੍ਹ ਕਿ ਉਹਦਾ ਮੁੱਖ ਮੰਤਰੀ ਚਿਹਰਾ ਸਿੱਖ ਹੋਵੇਗਾ ਤੇ ਕਿਹੜੀ ਦਲਿਤ ਚਿਹਰਾ ਬੋਝੇ ਵਿੱਚ ਪਾਈ ਸਿਆਸਤ ਕਰ ਰਹੀ ਹੈ? ਪੰਜਾਬ ਦੀ ਸਿਆਸਤ ਬਾਰੇ ਚਰਚਾ ਵਿੱਚੋਂ ਪੰਜਾਬ ਦੀ ਰੂਹ, ਪੰਜਾਬ ਦੀਆਂ ਮੁਸ਼ਕਲਾਂ, ਸਾਡੀਆਂ ਲੋੜਾਂ, ਸੁਪਨੇ, ਪੇਸ਼ਬੰਦੀਆਂ, ਭਵਿੱਖ ਦਾ ਤਸੱਵੁਰ ਸਭ ਗਾਇਬ ਹੈ। ਇਸ ਲਈ ਅੱਜ ਜੁੜ ਬੈਠੇ ਹਾਂ ਦੋ ਸੀਨੀਅਰ ਪੱਤਰਕਾਰਾਂ ਨਾਲ, ਜਿਹੜੇ ਪੱਤਰਕਾਰਤਾ ਨਾਲ ਤੇ ਦਹਾਕਿਆਂ ਤੋਂ ਵਾਬਸਤਾ ਨੇ, ਪਰ ਸੁਰਖੀਆਂ ਨਾਲ ਕਦੀ ਸੱਜੇ ਕਦੀ ਖੱਬੇ, ਕਦੀ ਕਿਸੇ ਪਾਰਟੀ ਵੱਲ ਤੇ ਕਦੀ ਦੂਜੀ ਦੀ ਤਨਕੀਦ ਵੱਲ ਡੁੱਲ ਨਹੀਂ ਜਾਂਦੇ। ਸਾਡੇ ਨਾਲ ਜੁੜ ਰਹੇ ਨੇ ਬਹੁਤ ਹੀ ਸੀਨੀਅਰ ਪੱਤਰਕਾਰ ਸਰਬਜੀਤ ਪੰਧੇਰ ਜੀ, ਪ੍ਰੈਸ ਟਰਸਟ ਆਫ ਇੰਡੀਆ, ਦਾ ਹਿੰਦੂ ਵਰਗੀ ਰਾਸ਼ਟਰੀ ਅਖਬਾਰ ਨਾਲ ਸਾਲਾਂ ਤੋਂ ਜੁੜੇ ਰਹੇ ਨੇ, ਲਗਭਗ 30 ਸਾਲ ਤੋਂ ਜ਼ਿਆਦਾ ਸਮੇਂ ਤੋਂ ਪੱਤਰਕਾਰਤਾ ਦੇ ਖੇਤਰ ਵਿੱਚ ਨੇ, ਪੰਜਾਬ ਦੇ ਵਿੱਚ ਰਿੰਗ ਸਾਈਡ ਸੀਟ ਤੋਂ ਇੱਥੋਂ ਦੀ ਸਿਆਸਤ ਨੂੰ, ਸਮਾਜ ਨੂੰ, ਆਰਥਿਕਤਾ ਨੂੰ ਦੇਖਦੇ ਨੇ। ਸਾਡੇ ਨਾਲ ਜੁੜ ਰਹੇ ਨੇ ਆਰੀਸ਼ ਛਾਬੜਾ ਜੀ। ਆਰੀਸ਼ ਛਾਬੜਾ ਜੀ ਵੱਡੇ ਬੈਨਰਸ ਨਾਲ ਕੰਮ ਕਰ ਚੁੱਕੇ ਨੇ, ਹਿੰਦੁਸਤਾਨ ਟਾਈਮਸ ਦੇ ਨਾਲ, BBC ਵਰਗੇ ਅਦਾਰੇ ਦੇ ਨਾਲ ਕੰਮ ਕੀਤਾ ਹੈ, ਔਰ ਇਸ ਵੇਲੇ ਮੈਨੂੰ ਲੱਗਦਾ ਪੱਤਰਕਾਰਤਾ ਤੋਂ ਪਤਾ ਨਹੀਂ ਕਿੰਨੇ ਕੁ ਨਿਰਾਸ਼ ਹੋਣੇ ਨੇ ਕਿ ਅੰਤ ਬੈਨਟ ਯੂਨੀਵਰਸਿਟੀ ਵਿੱਚ, ਜਿਹੜੀ ਟਾਈਮਸ ਆਫ ਇੰਡੀਆ ਗਰੁੱਪ ਰਨ ਯੂਨੀਵਰਸਿਟੀ ਹੈ, ਉੱਥੇ ਅੰਤ ਨੂੰ ਨਵੇਂ ਪੱਤਰਕਾਰ ਕਿਵੇਂ ਤਿਆਰ ਹੋਣੇ ਚਾਹੀਦੇ ਨੇ ਇਹਦੀ ਪੈਰਵੀ ਆਪ ਹੀ ਕਰਨ ਲਈ ਪਹੁੰਚੇ ਨੇ। ਉੱਥੇ ਇਹ ਪੱਤਰਕਾਰਤਾ ਪੜ੍ਹਾਉਂਦੇ ਨੇ। ਅਰੀਸ਼ ਜੀ, ਕਿਸੇ ਦਿਨ ਵੈਸੇ ਇਹਦੇ ਬਾਰੇ ਵੀ ਤੁਹਾਡੇ ਨਾਲ ਗੱਲ ਕਰਾਂਗੇ, ਕਿਉਂਕਿ ਮੈਨੂੰ ਲੱਗਦਾ ਬਹਿਸਾਂ ਜਿੱਦਾਂ ਦੀਆਂ ਹੋ ਰਹੀਆਂ ਨੇ, ਇਹਦੇ ਕੁਝ ਮੁਸੀਬਤਾਂ ਉੱਥੇ ਵੀ ਪਈਆਂ ਨੇ ਕਿ ਪੱਤਰਕਾਰ ਕਿੱਦਾਂ ਬਣ ਰਹੇ ਨੇ ਉਹਨਾਂ ਯੂਨੀਵਰਸਿਟੀਆਂ ਵਿੱਚ। ਬਟ ਅੱਜ ਦੇ ਲਈ ਸਰਬਜੀਤ ਜੀ, ਇਹ ਬਹਿਸਾਂ ਅਸੀਂ ਕਿਹੜੀਆਂ ਕਰ ਰਹੇ ਹਾਂ, ਕਿਹੜੀਆਂ ਹੋਣੀਆਂ ਚਾਹੀਦੀਆਂ ਨੇ? ਤੇ ਕਿਉਂਕਿ ਬਾਕੀ ਵਾਲੀਆਂ ਨਵਜੋਤ ਸਿੱਧੂ ਤੋਂ ਲੈ ਕੇ ਤੇ ਉਹ ਕੀ ਨਾ ਕਲਰਫੁਲ ਜਿਹੇ ਪੁਲਿਸ ਅਫਸਰ ਜਿਹੜੇ ਪ੍ਰੋਬ ਕਰਦੇ ਹੁੰਦੇ ਨੇ ਅੱਜ ਕੱਲ੍ਹ, ਤੇ ਸਿੱਖ ਚਿਹਰਾ ਬਣ ਰਹੇ ਨੇ ਅੰਮ੍ਰਿਤਸਰ ਦੇ ਵਿੱਚ, ਕੁੰਵਰ ਵਿਜੇ ਪ੍ਰਤਾਪ ਸਿੰਘ ਹੈ ਨਾ, ਤੇ ਇੱਕ ਜਿਹੜੇ ਉਹ ਵੱਡੇ ਬੋਲਡ ਚਿਹਰੇ ਹੁੰਦੇ ਸੀ ਤੇ ਅੱਜ ਕੱਲ੍ਹ ਡਿਲਿਊਟਡ ਚਿਹਰੇ ਹੋ ਗਏ ਨੇ, ਸੁਖਪਾਲ ਖਹਿਰਾ ਜੀ। ਇਹਨਾਂ ਸਾਰਿਆਂ ਬਾਰੇ ਚਰਚਾ ਕਿਉਂਕਿ ਬਹੁਤ ਸਾਰੀਆਂ ਹੋਰ ਚੈਨਲਾਂ ਤੇ ਪ੍ਰੋਗਰਾਮਾਂ ਵਿੱਚ ਬਾਕੀ ਲੋਕ ਤੇ ਅਸੀਂ ਵੀ ਕਰਦੇ ਰਹਿੰਦੇ ਹਾਂ, ਇਸ ਲਈ ਅੱਜ ਉਹ ਚਰਚਾਵਾਂ ਕਰ ਲਈਏ ਜਿਹਦੇ ਬਾਰੇ ਚਰਚਾ ਹੋਣੀ ਚਾਹੀਦੀ ਹੈ ਤੇ ਮਨਫੀ ਹੈ, ਤਾਂ ਕਿ ਅਸੀਂ ਘੱਟੋ ਘੱਟ ਮੇਜ਼ ਉੱਤੇ ਉਹ ਚੀਜ਼ਾਂ ਰੱਖ ਸਕੀਏ। ਫਾਇਦਾ ਕਿੰਨਾ ਹੋਏਗਾ ਪਤਾ ਨਹੀਂ, ਪਰ ਮੈਨੂੰ ਲੱਗਦਾ ਕਿਸੇ ਦਿਨ ਆਪਾਂ ਇੱਦਾਂ ਹੀ ਡਿਬੇਟ 'ਤੇ ਜੁੜ ਬੈਠੀਏ ਤੇ ਕਹਿ ਸਕੀਏ ਕਿ ਸਨਦ ਰਹੇ, ਅਸੀਂ ਤਾਂ ਗੱਲ ਕੀਤੀ ਸੀ, ਵੀ ਟੋਲਡ ਯੂ ਸੋ। ਸੋ ਵਾਟ ਆਰ ਦੋਜ਼ ਡਿਬੇਟਸ ਜਿਹੜੇ ਮਿਸਿੰਗ ਨੇ? ਐਸਪੀ ਜੀ, ਇਹ ਬਿਲਕੁਲ ਬਹੁਤ ਅਹਿਮ ਜਿਹੜੀ ਆਪਣੀ ਜਿਹੜੀ ਡਿਸਕਸ਼ਨ ਹੋਣ ਵਾਲੀ ਹੈ, ਬਿਲਕੁਲ ਤੁਸੀਂ ਕਿਹਾ ਵੀ ਕਿਸੇ ਦਿਨ ਇਹਦੇ ਬਾਰੇ ਚਰਚਾ ਜ਼ਰੂਰ ਹੋਏਗੀ। ਉਹ ਇਹ ਹੈ ਕਿ ਇਸ ਵੇਲੇ ਜਿਹੜੀ ਸਾਡੀ ਸਿਆਸਤ ਹੈ ਉਹਦੇ ਵਿੱਚ ਐਕਟਰ ਓਰੀਐਂਟਡ ਜਾਂ ਜਿਹੜੇ ਹੈਗੇ ਵਿਅਕਤੀ ਵਿਸ਼ੇਸ਼ ਦੇ ਉੱਤੇ ਹੀ ਸਾਡਾ ਕੇਂਦਰ ਬਿੰਦੂ ਰਹਿੰਦਾ ਕਿ ਕੌਣ, ਬਿਲਕੁਲ ਤੁਸੀਂ ਠੀਕ ਜਿਹੜੇ ਨਾਂ ਲਏ ਵੀ ਉਹ ਕਿੱਧਰ ਨੂੰ ਜਾਣਗੇ, ਉਹ ਕੀ ਕਰਨਗੇ, ਪਰ ਉਹ ਮੁੱਦਾ ਹੀ ਨਹੀਂ ਹੈ। ਕਿਉਂਕਿ ਗੱਲ ਤਾਂ ਜੀ ਲੋਕਾਂ ਦੀ ਜਿਹੜੀ ਹੈਗੀ ਆ, ਕੋਈ ਵੀ ਸਰਕਾਰ ਹੋਵੇ, ਚਾਹੇ ਕਿਸੇ ਰਾਜੇ ਮਹਾਰਾਜੇ ਦੀ ਹੋਵੇ ਜਾਂ ਜਮਹੂਰੀਅਤ ਹੋਵੇ, ਗੱਲ ਤਾਂ ਲੋਕਾਂ ਦੀ ਹੈ ਨਾ ਜੀ ਪਿੱਛੇ ਵੀ ਲੋਕ ਕਿਸ ਤਰ੍ਹਾਂ ਬਸਰ ਕਰਨਗੇ।
ਹੁਣ ਉਹਦੇ ਵਿੱਚ ਜਿਹੜੀ ਬਹਿਸ ਜਿਹੜੀ ਸਾਡੀ ਮੀਡੀਆ 'ਚ ਵੀ ਕਹਿ ਲਓ ਜਾਂ ਸੋਸ਼ਲ ਮੀਡੀਆ ਤੇ ਕਹਿ ਲਓ ਜਾਂ ਆਮ ਲੋਕਾਂ ਦੇ ਖੁੰਡ ਚਰਚਾ ਵੀ ਜਿਹੜੀ ਹੈਗੀ ਆ, ਉਹ 'ਚ ਫੈਕਟਰ ਦੀ ਬਹਿਸ, ਜਿਹੜੇ ਸਾਡੇ ਤੇ ਜਿਹੜੇ ਫੈਕਟਰਸ ਜਿਹਦੇ ਨਾਲ ਸਾਡੀ ਸਿਆਸਤ ਗਵਰਨ ਹੋਣੀ ਚਾਹੀਦੀ ਆ, ਉਹ ਫੈਕਟਰਸ ਬਿਲਕੁਲ ਮੰਨਫੀ ਹੋ ਚੁੱਕੇ ਨੇ। ਉਹਨਾਂ ਦੇ ਉੱਤੇ ਬਹਿਸ ਕੋਈ ਵੀ ਨਹੀਂ ਕਰਦਾ। ਹੁਣ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਪਹਿਲਾਂ ਵੀ ਜਿਹੜਾ ਅੰਦੋਲਨ ਦੀ ਗੱਲ ਹੋ ਰਹੀ ਹੈ, ਪਰ ਅੰਦੋਲਨ ਦੀ ਜਿਹੜੇ ਹੈਗੇ ਅੰਦੋਲਨ ਕਿਉਂ ਇੱਥੇ ਤੱਕ ਆਇਆ, ਇਹ ਫੈਕਟਰ ਕਿਹੜੇ ਲੈ ਕੇ ਆਏ, ਉਹਦੇ ਉੱਪਰ ਡਿਸਕਸ਼ਨ ਨਹੀਂ ਆ ਰਹੀ। ਅਸੀਂ ਬਹੁਤ ਹੀ ਜ਼ਿਆਦਾ ਤਿੰਨ ਖੇਤੀ ਬਿੱਲਾਂ ਬਾਰੇ ਗੱਲ ਕਰ ਰਹੇ ਹਾਂ, ਹਾਂਜੀ, ਪਰ ਇੱਕ ਰਸਤੇ ਤੋਂ ਚੱਲ ਕੇ ਆਏ ਹਾਂ ਬਿਲਕੁਲ ਉੱਥੇ ਤੱਕ। ਔਰ ਉਹ ਜਿਹੜੇ ਖੇਤੀ ਬਿੱਲ ਨੇ, ਉਹ ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਨੇ ਲਾਸਟ ਸਟ੍ਰॉ ਟੂ ਬ੍ਰੇਕ ਦੀ ਕੈਮਲਸ ਬੈਕ, ਉਹ ਸੀਗਾ ਜੀ। ਪਰ ਇੱਕ ਪੂਰੇ ਦਾ ਪੂਰਾ ਵਰਤਾਂਤ ਵਰਤਿਆ ਜਿਹਦੇ ਨਾਲ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਖੇਤੀ ਦੀ ਖੜੋਤ ਹੋਈ ਹੈ। ਸਰਵਾਈਵਲ ਇਸ਼ੂਜ਼ ਨੇ ਬੇਸਿਕ। ਹੁਣ ਵੀ ਇਹ ਆ ਕਿ ਅਸੀਂ ਇੱਕ ਪਾਸੇ ਤਾਂ ਗੱਲ ਕਰਦੇ ਹਾਂ, ਬਹੁਤ ਅਸੀਂ ਟੈਕਨੋਲੋਜੀਕਲ ਐਡਵਾਂਸਿਸ ਕੀਤੀਆਂ ਨੇ। ਹੁਣ ਬਈ ਮੰਗਲ ਗ੍ਰਹਿ ਤੇ ਆਪਣੇ ਜਿਹੜੇ ਹੈਗੇ ਵਾਹਨ ਉਤਾਰਤੇ, ਸਾਰਾ ਕੁਝ ਕਰਤੇ, ਐਡੀਆਂ ਵੱਡੀਆਂ ਮਿਸਾਈਲ ਮਾਰਤੀਆਂ, ਬਣਾਤੀਆਂ ਜਿਹੜੀਆਂ ਸਕਿੰਟਾਂ 'ਚ ਬਹੁਤ ਸਾਰੇ ਲੋਕਾਂ ਨੂੰ ਮਾਰ ਸਕਦੀਆਂ ਨੇ। ਪਰ ਡਰਾਇਆ ਕਿਹਨੇ ਆ ਕੇ, ਜਿਹੜੀ ਤੁਸੀਂ ਗੱਲ ਕੀਤੀ, ਬੁਨਿਆਦੀ ਸਿਹਤ ਸਹੂਲਤਾਂ ਨਹੀਂ ਸੀਗੀਆਂ ਤੇ ਇੱਕ ਵਾਇਰਸ ਨੇ ਆ ਕੇ ਸ਼ਾਇਦ ਇੱਕ ਜੋ ਬੰਬ ਨਾ ਕਰ ਸਕਦਾ ਉਹ ਉਹਨੇ ਕਰਤਾ। ਸੋ ਸਾਡੀ ਜਿਹੜੀ ਬਹਿਸ ਜਿਹੜੀ ਹੈਗੀ ਆ ਸਿਆਸਤ ਦੇ ਵਿੱਚ ਵੀ, ਉਹ ਜਿਹੜੀ ਬੁਨਿਆਦੀ ਸਿਹਤ ਸਹੂਲਤਾਂ ਕਿਉਂ ਸਾਡੀਆਂ ਚਲੀਆਂ ਗਈਆਂ, ਉਹ ਚਲਿਆ ਜਾਂਦਾ। ਹੁਣ ਦੂਸਰੀ ਗੱਲ ਜਿਹੜੀ ਇਹਦੇ ਵਿੱਚ ਮੈਂ ਉਹ ਗੱਲ ਕਰਨਾ ਚਾਹੂੰਗਾ, ਜਿਹੜੀ ਪਰਿਭਾਸ਼ਾ ਜਿਹੜੀ ਪੂੰਜੀਵਾਦ ਦੀ ਜਿਹੜੀ ਉਹ ਬਦਲੀ ਗਈ ਹੈ, ਉਹਦੇ ਨਾਲ ਸਾਡੀ ਜਿਹੜੀ ਸਿਆਸਤ ਆ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਔਰ ਜਿਹੜਾ ਕਿਸੇ ਟਾਈਮ ਤੇ ਜਿਹੜੀ ਪੂੰਜੀਵਾਦ ਦਾ ਕੈਪੀਟਲਿਜ਼ਮ ਆ, ਉਹ ਇਹ ਸੀਗਾ ਜੀ, ਉਹ ਆਪਣਾ ਪ੍ਰੋਫਿਟ ਵਾਸਤੇ ਕੰਮ ਕਰਨਗੇ ਜੀ, ਉਹ ਆਪਣਾ ਮੁਨਾਫਾ ਲੈਣਗੇ। ਹੁਣ ਜਿਹੜੀ ਮੌਜੂਦਾ ਜਿਹੜੀ ਆਈ ਹੈ ਗੱਲ, ਉਹ ਇਹ ਆ ਕਿ ਪ੍ਰੋਫਿਟ ਜਿਹੜਾ ਮੁਨਾਫਾ ਹੈ, ਉਹ ਮੈਂ ਕਿਵੇਂ ਲੈਣਾ, ਮੇਰਾ ਮੁਨਾਫਾ, ਉਹਦੀ ਕੀਮਤ ਤੁਸੀਂ ਦੇਣੀ ਹੈ। ਹੁਣ ਉਹ ਜਿਹੜੀ ਉਹ ਕੀਮਤ ਵਸੂਲਣ ਵਾਸਤੇ ਮੈਂ ਇੱਕ ਸਿਆਸਤ ਵੀ ਸਾਰੀ ਦੀ ਸਾਰੀ ਉਹਦੇ ਤੇ ਮੇਰੇ ਕੋਲੇ ਪੈਸਾ ਹੈਗਾ, ਪੂੰਜੀ ਹੈਗੀ ਆ, ਮੈਂ ਸਿਆਸਤ ਵੀ ਬਦਲਤੀ। ਔਰ ਸਿਆਸੀ ਜਿਹੜੇ ਸਾਡੇ ਸਿਆਸਤਦਾਨ ਨੇ, ਬੇਸ਼ੱਕ ਉਹੀ ਸਾਡੇ ਐਕਟਰਸ ਨੇ, ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਿਆ ਕਦੋਂ ਉਹ ਉਸ ਦੇ ਅਧੀਨ ਹੋ ਗਏ। ਔਰ ਇਹ ਇਕੱਲਾ ਸਿਰਫ ਪੰਜਾਬ ਜਾਂ ਹਿੰਦੁਸਤਾਨ 'ਚ ਨਹੀਂ ਹੈ, ਇਹ ਕੌਮਾਂਤਰੀ ਤੌਰ ਤੇ ਹੈ। ਔਰ ਜਿਸ ਨੂੰ ਅਸੀਂ ਅੱਜ ਕੱਲ੍ਹ ਗਲੋਬਲਾਈਜੇਸ਼ਨ ਦਾ ਕਹਿੰਦੇ ਆ, ਜਿਹੜਾ ਵਰਤਾਂਤ ਹੈ ਟੋਟਲ ਗਲੋਬਲਾਈਜੇਸ਼ਨ ਦੀ ਜਿਹੜੀ ਹੋਈ ਆ, ਔਰ ਉਹਦੇ ਵਿੱਚ ਜਿਹੜੀ ਗਲੋਬਲਾਈਜੇਸ਼ਨ ਸਿਰਫ ਇਕੋਨਮੀ ਦੀ ਹੋਈ ਆ, ਉਹਦੀ ਕਿਰਤ ਦੀ ਨਹੀਂ ਹੋਈ। ਔਰ ਬਿਨਾਂ ਆਲਮੋਸਟ ਇਦਾਂ ਲੱਗ ਰਿਹਾ ਜਿੱਦਾਂ ਪ੍ਰਿਜ਼ਨਰਸ ਡਿਸਕਸ ਕਰ ਰਹੇ ਹੋਣ, ਕੈਦੀ ਡਿਸਕਸ ਕਰ ਰਹੇ ਨੇ ਕਿ ਹਵਾ ਇਧਰੋਂ ਆਏ ਤਾਂ ਚੰਗੀ ਆਏਗੀ, ਇੱਧਰਲਾ ਰੋਸ਼ਨਦਾਨ ਜੇ ਖੋਲ ਜਾਵੇ ਤਾਂ ਚੰਗਾ ਆਏਗਾ, ਜੇ ਉਹ ਵਾਲਾ ਵਾਰਡਨ ਆ ਜਾਏ ਤਾਂ ਤੁਹਾਨੂੰ ਥੋੜਾ ਜ਼ਿਆਦਾ ਸਮਾਂ ਮਿਲ ਜਾਏਗਾ ਬਾਹਰ ਘੁੰਮਣ ਨੂੰ। ਇਹ ਡਿਸਕਸ ਨਹੀਂ ਕਰ ਰਹੇ ਕਿ ਭਾਈ ਜੇਲ੍ਹ ਚੋਂ ਕਿੱਦਾਂ ਛੁੱਟਣਾ ਤੇ ਸਾਨੂੰ ਅੰਦਰ ਕਿਉਂ ਬੰਦ ਕੀਤਾ, ਬਈ ਕਿਸ ਕਰਕੇ ਅਸੀਂ ਅੰਦਰ ਹੋਏ, ਜਾਂ ਜਾਇਜ਼ ਵੀ ਅੰਦਰ ਹੋਏ ਕਿ ਨਜਾਇਜ਼ ਵੀ ਅੰਦਰ ਹੋਏ। ਬਟ ਅਰੀਸ਼, ਇੱਕ ਕੰਟੈਸਟਡ ਜੀ ਇਕੁਏਸ਼ਨ ਬਣਦੀ ਹੈ। ਸਿਆਸਤ ਆਫਟਰ ਆਲ ਸੱਤਾ ਦੀ ਖੇਡ ਹੈ। ਜੇ ਸੱਤਾ ਨਹੀਂ ਹੈ ਤਾਂ ਫਿਰ ਸਿਆਸਤ ਕਿਸ ਪਰਥਾਏ। ਹੁਣ ਸੱਤਾ ਹਾਸਲ ਕਰਨੀ ਹੈ ਤਾਂ ਜਿਸ ਤਰ੍ਹਾਂ ਦਾ ਨਿਜ਼ਾਮ ਹੈ, ਇਹਦੇ ਜਿਹੜੇ ਰੂਲਸ ਬਣੇ ਨੇ, ਉਹਨਾਂ ਅਨੁਸਾਰ ਲੜਨਾ ਹੀ ਪਵੇਗਾ। ਸੁਖਬੀਰ ਬਾਦਲ ਅਰਾ ਨੂੰ ਹਰ ਵੇਲੇ ਆਮ ਆਦਮੀ ਪਾਰਟੀ ਤੇ ਕਾਂਗਰਸ ਉੱਤੇ ਨਿਸ਼ਾਨਾ ਸਾਧਨਾ ਹੀ ਹੋਵੇਗਾ। ਅਮਰਿੰਦਰ ਸਿੰਘ ਨੇ ਕਾਂਗਰਸ ਦੇ ਵਿੱਚ ਵੀ ਆਪਣੀ ਕੁਰਸੀ ਬਚਾਣੀ ਹੈ ਤੇ ਅਗਲੀ ਵਾਰੀ ਉਹਨਾਂ ਦੀ ਕੁਰਸੀ ਬਚੀ ਰਵੇ ਮੁੱਖ ਮੰਤਰੀ ਦੀ, ਇਹਦੇ ਲਈ ਵੀ ਲੜਾਈ ਲੜਨੀ ਹੈ ਤੇ ਇਹਦੇ ਵਿੱਚ ਹੀ ਆਮ ਆਦਮੀ ਪਾਰਟੀ ਨੇ ਕੋਈ ਆਪਣੀ ਜਗ੍ਹਾ ਬਣਾਉਣੀ ਹੈ। ਸੋ ਉਹ ਭੇਡ ਉਸ ਸ਼ਬਦਾਵਲੀ ਦੇ ਵਿੱਚ, ਉਸ ਗ੍ਰਾਮਰ ਵਿੱਚ ਲੜੇ ਜਾਣਗੇ ਜਿਹੋ ਜੀ ਗਰਾਊਂਡ ਪਹਿਲਾਂ ਤੋਂ ਸੱਤਾ ਦੀ ਤਿਆਰ ਕੀਤੀ ਹੋਈ ਹੈ। ਇਹਦੇ ਵਿੱਚ ਅਸੀਂ ਇਹ ਵੈਣ ਪਾਉਣ ਆ ਜਾਈਏ ਕਿ ਪੰਜਾਬ ਦੇ ਭਵਿੱਖ ਦੀ ਗੱਲ ਕਿਉਂ ਨਹੀਂ ਹੋ ਰਹੀ, ਪੰਜਾਬ ਦੇ ਐਜੂਕੇਸ਼ਨ ਸਿਸਟਮ ਦੀ ਗੱਲ ਕਿਉਂ ਨਹੀਂ ਹੋ ਰਹੀ, ਇੰਟੈਲੈਕਚੁਅਲ ਬੈਂਕਰਪਟਸੀ ਜਿਹੜੀ ਬੌਧਿਕ ਕੰਗਾਲੀ ਪੰਜਾਬ ਦੇ ਵਿੱਚ ਆ ਰਹੀ ਹੈ, ਇਸ ਖਿੱਤੇ ਦੇ ਵਿੱਚ ਆ ਰਹੀ ਹੈ, ਉਹ ਰਾਜਨੀਤੀ ਦਾ ਵਿਸ਼ਾ ਕਿਉਂ ਨਹੀਂ ਬਣਿਆ। ਤੇ ਮੈਨੂੰ ਇਹ ਜਾਪਦਾ ਸੀ ਕਿ ਜਿਸ ਤਰ੍ਹਾਂ ਦੇ ਸਮੇਂ ਆ ਗਏ ਨੇ, ਇਹ ਗੁੰਝਲ ਹੁਣ ਸੋਲਵ ਹੋਏਗੀ। ਇੱਕ ਵਬਾ ਆ ਗਈ ਐਡੀ ਵੱਡੀ, ਹੁਣ ਤੇ ਕਿਸੇ ਦਾ ਧਿਆਨ ਨਹੀਂ ਭਟਕੇਗਾ ਨਾ ਕਿ ਸਿਹਤ ਸੇਵਾਵਾਂ ਦਾ ਕੀ ਹਾਲ ਹੈ। ਨਹੀਂ, ਮੇਰਾ ਖਿਆਲ ਹੈ ਹੁਣ ਵੀ ਭਟਕਿਆ। ਇੱਕ ਅੰਦੋਲਨ ਇੰਨਾ ਵੱਡਾ ਚੱਲ ਰਿਹਾ, ਹੁਣ ਤੇ ਕਿਸੇ ਦਾ ਧਿਆਨ ਨਹੀਂ ਭਟਕੇਗਾ ਨਾ ਕਿ ਐਗਰੀਕਲਚਰ ਦਾ ਕੀ ਹੋ ਰਿਹਾ, ਪਰ ਫਿਰ ਉਹ ਗੱਲਾਂ ਗਾਇਬ ਹੋ ਗਈਆਂ ਨੇ। ਇਟ ਟੁਕ ਵੀਕਸ। ਦੇਖੋ, ਵਬਾ ਆਉਣ ਤੋਂ ਬਾਅਦ ਤਾਂ ਸਗੋਂ ਸਾਡੀਆਂ ਜਿਹੜੀਆਂ ਇਥਨੋਸੈਂਟਰਿਕ, ਜਿਹੜੀਆਂ ਸਾਡੀਆਂ ਆਪਦੇ ਆਪ ਨੂੰ ਪਹਿਲਾਂ ਬਚਾ ਲੈਣ ਦੀਆਂ ਜਿਹੜੀਆਂ ਟੈਂਡੈਂਸੀ, ਜਿਹੜੀਆਂ ਆਦਤਾਂ ਨੇ, ਉਹ ਜ਼ਿਆਦਾ ਉੱਭਰ ਕੇ ਸਾਹਮਣੇ ਆਉਂਦੀਆਂ ਨੇ। ਸਭ ਤੋਂ ਪਹਿਲਾ ਐਗਜ਼ਾਮਪਲ ਤੁਹਾਨੂੰ ਉਹਦੇ 'ਚ ਕੀ ਦੱਸਦਾ ਹੈ, ਜਿਹੜੇ ਪੋਲੀਟੀਸ਼ੀਅਨ ਹੁੰਦੇ ਨੇ ਉਹ ਸਮਾਜ ਨੂੰ ਰੀਡ ਵੀ ਕਰਦੇ ਨੇ, ਸਮਾਜ ਨੂੰ ਸੁਧਾਰਨ ਨਾ ਸੁਧਾਰਨ ਰੀਡ ਬਹੁਤ ਚੰਗੀ ਤਰ੍ਹਾਂ ਕਰ ਲੈਂਦੇ ਨੇ। ਤਾਂ ਉਹ ਸਮਾਜ ਦੇ ਵਿੱਚੋਂ ਹੀ ਉਹਨਾਂ ਨੇ ਰੀਡ ਕੀਤਾ ਕਿ ਜਿਹੜਾ ਇਹ ਤਬਲੀਗੀ ਜਮਾਤ ਵਾਲਾ ਪੂਰਾ ਅਸੀਂ ਚਲਾਵਾਂਗੇ ਸਿਸਟਮ, ਤਾਂ ਉਹਦੇ ਵਿੱਚੋਂ ਕੋਈ ਅੱਗੋਂ ਇਹ ਨਹੀਂ ਕਹੇਗਾ ਕਿ ਸਾਨੂੰ ਇਹ ਜਿਹੜਾ ਇਹ ਸਾਨੂੰ ਜਿਹੜੀ ਸਾਨੂੰ ਸਿੰਪਥੀ ਰੱਖਣੀ ਚਾਹੀਦੀ ਇਹਨਾਂ ਲੋਕਾਂ ਨਾਲ, ਸਾਰੇ ਇੱਕੋ ਵਰਗੇ ਪੰਗੇ 'ਚ ਫਸੇ ਹੋਏ ਆ। ਉਹ ਕਹਿੰਦੇ ਨਹੀਂ, ਇਹ ਇਸ ਟਾਈਮ ਤੇ ਸਗੋਂ ਜ਼ਿਆਦਾ ਵਿਕੇਗਾ। ਉਸ ਟਾਈਮ ਤੇ ਉਹ ਜ਼ਿਆਦਾ ਵਿਕਿਆ। ਹੁਣ ਵੀ ਅੱਜ ਦੀ ਡੇਟ ਵਿੱਚ ਤੁਸੀਂ ਦੇਖੋ ਵੀ ਸਿਹਤ ਸੇਵਾਵਾਂ ਕੋਈ ਕਿਉਂ ਨਹੀਂ ਮੰਗ ਰਿਹਾ, ਕਿਉਂਕਿ ਸਾਰੇ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਚਾਹ ਰਹੇ ਨੇ। ਕਿਉਂ
ਕਿ ਮੇਰੇ ਕੋਲ ਜਿਹੜਾ WhatsApp ਤੇ ਆਇਆ ਮੈਂ ਕੋਈ ਬੇਵਕੂਫ ਆ, ਮੈਨੂੰ ਪਤਾ ਹੈ ਤੇਰੇ ਨਾਲੋਂ ਜ਼ਿਆਦਾ। ਮੈਂ ਪਰ ਜੇ ਸਰਬਜੀਤ ਕਹਿ ਰਹੇ ਨੇ ਕਿ ਕੌਮਾਂਤਰੀ ਹੈ ਇਸ਼ੂ ਕੱਲਾ ਔਰ ਪੂਰੇ ਹਿੰਦੁਸਤਾਨ ਦਾ ਤਾਂ ਹੈ ਹੀ ਹੈ, ਤਾਂ ਫਿਰ ਕਾਂਗਰਸ ਕਿਉਂ ਸਿਹਤ ਸੇਵਾਵਾਂ ਦੀ ਗੱਲ ਕਰੇਗੀ, ਅਕਾਲੀ ਦਲ ਹੀ ਕਿਉਂ ਸਿਹਤ ਸੇਵਾਵਾਂ ਦੀ ਗੱਲ ਕਰੇਗਾ, ਆਮ ਆਦਮੀ ਪਾਰਟੀ ਕਿਉਂ ਕਰੇਗੀ? ਉਹ ਕਰ ਕੀ ਲੈਣਗੇ? ਉਹ ਵੀ ਤਾਂ ਉਸੇ ਸਿਆਸਤ ਦੇ ਪ੍ਰਿਜ਼ਨਰ ਨੇ। ਰੈਡੀਕਲ ਪੋਲਿਟਿਕਸ ਨਾਲ ਕੀ ਸੱਤਾ ਦੀ ਪ੍ਰਾਪਤੀ ਦਾ ਸੁਪਨਾ ਤਿਆਗ ਦਿੱਤਾ ਗਿਆ ਕਿ ਮੈਂ ਬਿਲਕੁਲ ਰੈਡੀਕਲ ਪੋਲਿਟਿਕਸ ਕਰਾਂਗਾ, ਮੈਂ ਕਹਾਂਗਾ ਇਹ ਮੈਂ 90-91 ਦੀਆਂ ਪਾਲਿਸੀਜ਼ ਤੋਂ ਲੈ ਕੇ ਚੀਜ਼ਾਂ ਨੂੰ ਕੁਐਸਚਨ ਕਰਾਂਗਾ। ਆਮ ਆਦਮੀ ਪਾਰਟੀ ਨੇ ਦਿੱਲੀ ਜਿਹੜੀ ਪਹਿਲੀ ਪੋਲਿਟਿਕਸ ਕੀਤੀ ਸੀ ਉਹ ਵਰਚੁਅਲੀ ਰੈਡੀਕਲ ਪੋਲਿਟਿਕਸ ਸੀਗੀ ਕਿ ਮੈਂ ਬਿਲਕੁਲ ਕਾਮਨ ਸਿਟੀਜ਼ਨਰੀ ਨੂੰ ਲੈ ਕੇ ਆਵਾਂਗੇ ਤੇ ਅਸੀਂ ਬਿਲਕੁਲ ਆਮ ਲੋਕ ਖੜੇ ਕਰ ਦਿਆਂਗੇ ਮਹਾਰਥੀਆਂ ਦੇ ਬਰਾਬਰ। ਅੱਜ ਕੱਲ੍ਹ ਆਮ ਆਦਮੀ ਪਾਰਟੀ ਮਹਾਰਥੀ ਮੰਗਦੀ ਫਿਰਦੀ ਹੈ, ਇੱਧਰੋਂ ਉੱਧਰੋਂ ਕਿਸੇ ਪਾਰਟੀ 'ਚੋਂ ਆ ਜਾਣ ਤੇ ਉਹਨਾਂ ਦੇ ਫਾਰਮੂਲੇ ਦੇਖਦੀ ਹੈ, ਇਹਨਾਂ ਨੇ ਬਿਜਲੀ ਫ੍ਰੀ ਦਿੱਤੀ ਸੀ ਆਪਾਂ ਵੀ ਬਿਜਲੀ ਫ੍ਰੀ ਦਿਆਂਗੇ, ਇਹ ਕਿੰਨੀ ਦੇਣਗੇ ਅਸੀਂ ਇੰਨੀ ਦਿਆਂਗੇ। ਮਤਲਬ ਇੱਕ ਖੇਡ ਮੇਨ ਸਟ੍ਰੀਮ ਪਾਰਟੀ ਹੋ ਜਾਂਦੀ ਹੋਗੀ ਇੱਕ ਰੈਡੀਕਲ ਪਾਰਟੀ ਵੱਲੋਂ। ਮੇਰੇ ਕੋਲ ਇਹਦਾ ਇੱਕ ਸਿੰਪਲ ਜਿਹਾ ਜਵਾਬ ਇਹ ਹੈ ਕਿ ਜਦੋਂ ਤੱਕ ਸਮਾਜ ਇੱਕ ਹਾਇਰਾਰਕੀ ਤੇ ਚੱਲਦਾ ਹੈ ਤੇ ਉਹਦੇ ਵਿੱਚ ਜਿਹੜੀ ਪਾਵਰ ਦੀ ਡੈਫੀਨੇਸ਼ਨ ਹੈ ਉਹ ਫਿਜ਼ੀਕਲ ਕਾਸਟ ਬੇਸਡ ਪਾਵਰ ਹੈ, ਉਦੋਂ ਤੱਕ ਜਿਹੜੀ ਸੱਤਾ ਦਾ ਸਿਸਟਮ ਹੈ ਜਿਹੜਾ ਪੋਲਿਟਿਕਸ ਵਿੱਚ ਉਹ ਵੀ ਉਸੇ ਤੇ ਬੇਸਡ ਰਹੇਗਾ। ਜਿਹੜੀ ਉਹਨੇ ਸਿੱਧੂ ਵਰਸਸ ਅਮਰਿੰਦਰ ਵਰਸਸ ਸਮਬਡੀ ਐਲਸ ਜੋ ਵੀ ਚੱਲਦਾ ਹੈ ਉਹ ਕੀ ਚੱਲਦਾ ਹੈ ਕਿ ਜਿਵੇਂ ਮਹੱਲੇ 'ਚ ਦੋ ਜੱਟ ਲੜ ਰਹੇ ਹੋਣ, ਉਹਨਾਂ ਦੀ ਭਾਸ਼ਾ ਵੀ ਉਹੀ ਹੈ। ਉਹ ਆਪਦੇ ਆਪ ਨੂੰ ਥਰਡ ਪਰਸਨ 'ਚ ਰੈਫਰ ਕਰਕੇ ਕਿਉਂ ਗੱਲ ਕਰਦੇ ਆ? ਤੁਹਾਨੂੰ ਇਹ ਟੈਂਡੈਂਸੀ ਜ਼ਿਆਦਾਤਰ ਫੁਕਰੇ ਲੋਕਾਂ 'ਚ ਹੀ ਮਿਲੇਗੀ। You are using very strong words. ਨਹੀਂ ਦੇਖੋ ਤੁਸੀਂ ਦੇਖੋ ਵੀ ਇੱਕ ਬੰਦਾ ਵਾਰੀ-ਵਾਰੀ ਆਪਦੇ ਆਪ ਨੂੰ ਇਹ ਵੀ ਨਹੀਂ ਕਹਿੰਦਾ ਮੈਂ, ਉਹ ਆਪਦਾ ਨਾਂ ਲੈਂਦਾ ਹੈ, ਉਹ ਆਪਦੇ ਆਪ ਤੋਂ ਇੰਨਾ ਇੰਪ੍ਰੈਸਡ ਹੈ ਕਿ ਮੇਰਾ ਪੂਰਾ ਨਾਮ ਵਾਰੀ-ਵਾਰੀ ਛਪਣਾ ਚਾਹੀਦਾ ਹੈ ਤਾਂ ਉਹ ਆਪਦੀ ਹੈਡਲਾਈਨ ਹਰ ਵਾਰੀ ਹੈਡਲਾਈਨ ਦਿੰਦਾ। ਪੱਤਰਕਾਰ ਨੂੰ ਕਹਿੰਦਾ ਤੂੰ ਚੁੱਪ ਕਰ, ਮੈਨੂੰ ਪਤਾ ਮੈਂ ਇਸ ਤੋਂ ਬਾਅਦ ਕਿਹੜੀ ਗੱਲ ਕਰਨੀ ਹੈ, ਮੈਂ ਟੀਵੀ ਤੇ ਤੇਰੇ ਨਾਲੋਂ ਜ਼ਿਆਦਾ ਐਕਸਪੀਰੀਅੰਸ ਹੈ। ਮਹਾਨਤਾ ਦੀਆਂ ਨਿਸ਼ਾਨੀਆਂ ਨੇ और गालिब आप थोड़ी दसेंगे कि गालिब कौन है, कोई बतलाए कि हम बतलाएं क्या? ਉਹ ਕਹਿੰਦੇ ਤੈਨੂੰ ਬੋਲਣ ਦੀ ਲੋੜ ਕੀ ਹੈ, ਤੇਰਾ ਸਵਾਲ ਮੈਨੂੰ ਪਹਿਲਾਂ ਹੀ ਪਤਾ ਹੈ, ਮੈਂ ਟੀਵੀ ਤੋਂ ਤੇਰੇ ਨਾਲ ਜ਼ਿਆਦਾ ਐਕਸਪੀਰੀਅੰਸ ਨਾ। ਉਹ ਉਹਦੇ 'ਚ ਵੀ ਆਪਦੀ ਚੜ੍ਹਤ ਕਰਦੇ ਆ। ਸੋ ਉਹ ਮੈਂ ਇਹ ਇੱਕ ਵਿਅਕਤੀ ਵਿਸ਼ੇਸ਼ ਦੀ ਗੱਲ ਤੇ ਹੈ ਹੀ ਨਹੀਂ, ਪਰ ਉਹਦਾ ਹੀ ਸਿੰਬਲ ਲੈ ਕੇ ਹੀ ਅਸੀਂ ਗੱਲ ਨੂੰ ਅੱਗੇ ਵਧਾਵਾਂਗੇ। ਉਹ ਕੀ ਕਹਿੰਦਾ ਪਟਿਆਲੇ ਆ ਕੇ ਲੜ, ਤੈਨੂੰ ਮੈਂ ਦੱਸਦਾ। ਉਹ ਨਹੀਂ ਕਹਿੰਦਾ ਵੀ ਤੂੰ ਐਸਾ ਇਹਦੇ 'ਚ ਮੈਂ ਮਾਰਿਆ ਜਾਣਾ ਨਾ, ਇਹਦੇ 'ਚ ਇਹ ਹੈ ਹੁਣ ਇਹਦੇ 'ਚ ਪ੍ਰੋਬਲਮ ਇਹ ਹੈ ਕਿ ਇਸ ਕਿਸਮ ਦੀ ਸਿਆਸਤ ਦੇ ਵਿੱਚ ਸਿਆਣਾ ਸਵਾਲ ਇਹ ਬਣ ਜਾਂਦਾ ਹੈ ਕਿ ਜੀ ਕੀ ਹੁਣ ਪੰਜਾਬ ਦੀ ਸਿਆਸਤ 2 ਧਿਰੀ ਸਿਆਸਤ ਰਹੇਗੀ ਜਾਂ 3 ਧਿਰੀ ਸਿਆਸਤ ਬਣ ਜਾਏਗੀ? ਸਮਬਡੀ ਲਾਈਕ ਸਰਬਜੀਤ ਪੰਧੇਰ ਇਜ਼ ਆਸਕਿੰਗ ਕਿ ਜੇ 4 ਧਿਰੀ ਬਣ ਜਾਵੇ ਤਾਂ ਕੀ ਫਰਕ ਪੈਂਦਾ ਤੇ 5 ਬਣ ਜਾਣ ਜਾਂ ਇੱਕੋ ਹੀ ਤੇ ਰਹਿ ਜਾਵੇ? ਤੁਸੀਂ ਚਾਈਨਾ ਦੀ ਕਮਿਊਨਿਸਟ ਪਾਰਟੀ ਲੈ ਆਵੋ ਤਾਂ ਵੀ ਕੀ ਫਰਕ ਪੈਂਦਾ ਜੇ ਸਿਆਸਤ ਤੁਸੀਂ ਇਹੀ ਕਰਨੀ ਹੈ? ਤੁਹਾਡੀ ਸਿਆਸਤ ਸੇਮ ਹੈ। ਨਹੀਂ ਧਿਰ ਤੇ ਤੁਹਾਡਾ ਸਮਾਜ ਉਹੀ ਹੈ, ਤੁਸੀਂ ਲੋਕ ਉਹੀ ਹੋ। ਲੋਕਾਂ ਦੀ ਸਿਆਸਤ ਸੇਮ ਕਿਉਂ ਹੈ? ਲੀਡਰਾਂ ਦੀ ਹੋਵੇ ਨਹੀਂ, ਲੋਕ ਉਸੇ ਸਮਾਜ ਦੇ ਵਿੱਚ ਕੋਈ ਸੀਕ੍ਰੇਟ ਪਾਰਟੀ ਇਹਨਾਂ ਨੇ ਇਕੱਠੀ ਬਣਾਈ ਹੋਵੇ, ਸੁਖਵੀਰ ਬਾਦਲ ਹੋਰਾਂ ਨੇ, ਅਮਰਿੰਦਰ ਸਿੰਘ ਨੇ ਤੇ ਉਹਨਾਂ ਨੂੰ ਇਹਨਾਂ ਸਾਰੀਆਂ ਪਾਰਟੀਆਂ ਨੇ ਅੰਦਰੋਂ ਕੋਈ ਸੀਕ੍ਰੇਟ ਪਾਰਟੀ ਬਣਾਈ ਹੋਈ ਇਕੱਠੀ। ਹਾਊ ਡਜ਼ ਇਟ ਮੈਟਰ ਟੂ ਮੀ? ਵਾਟ ਮੈਟਰਸ ਟੂ ਮੀ ਇਜ਼ ਮੇਰੇ ਸਕੂਲ ਕਿੱਦਾਂ ਨੇ, ਮੇਰੇ ਕਾਲਜਸ ਕਿੱਦਾਂ ਨੇ, ਮੈਨੂੰ ਪਾਣੀ ਕਿਹੋ ਜਿਹਾ ਮਿਲਦਾ, ਮੇਰੇ ਬੱਚਿਆਂ ਦਾ ਫਿਊਚਰ ਕਿਹੋ ਜਿਹਾ ਦਿਖਾਈ ਦਿੰਦਾ, ਕਿਉਂ ਮੇਰੇ ਨਿਆਣੇ ਟੈਂਕੀਆਂ ਤੇ ਚੜੇ ਫਿਰਦੇ ਨੇ? ਇਹਨਾਂ ਦੀ ਪੁਲਿਸ ਨਹੀਂ ਕੁੱਟੇਗੀ ਤੇ ਉਹਨਾਂ ਦੀ ਸਰਕਾਰ ਸ਼ਾਇਦ ਕੋਈ ਮਾੜੀਆਂ ਮੋਟੀਆਂ ਨੌਕਰੀਆਂ ਦੇ ਦੇਵੇਗੀ, ਬਾਕੀਆਂ ਨੂੰ ਪੁਲਿਸ ਕੁੱਟ ਦੇਵੇਗੀ, ਉਹ ਥੋੜੀਆਂ ਜਿਹੀਆਂ ਦੇ ਦੇਣਗੇ। ਇਹ ਹਾਲ ਤਾਂ ਨਹੀਂ ਹੈ ਨਾ। ਨਹੀਂ, ਹੱਲ ਇਸ ਕਰਕੇ ਨਹੀਂ ਹੈ ਕਿਉਂਕਿ ਸਮਾਜ ਦੇ ਵਿੱਚ ਜਦੋਂ ਵਿਚਰਦੇ ਹੋ ਤੁਸੀਂ ਤਾਂ ਬੱਚੇ ਵੀ ਬਚਪਨ ਤੋਂ ਉਸੇ ਤਰ੍ਹਾਂ ਦੀ ਚੀਜ਼ ਸਿੱਖ ਕੇ ਅੱਗੇ ਚੱਲਦੇ ਨੇ। ਜਿਵੇਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ, ਭਗਵੰਤ ਮਾਨ ਦਾ ਇੱਕ ਪੁਰਾਣਾ ਜੋਕ ਹੈ, ਉਹਦਾ ਟੀਚਰ ਉਹਨੂੰ ਪੁੱਛਦਾ ਇਨਕਾ ਨਾਮ ਤਾਂ ਹੋਣਾ ਚਾਹੀਏ ਕਿ ਤੂੰ ਵੱਡਾ ਹੋ ਕੇ ਕੀ ਬਣੇਗਾ, ਤੇ ਉਹ ਕਹਿੰਦਾ ਵੀ ਮੈਂ ਵੱਡਾ ਹੋ ਕੇ ਪੁਲਿਸ ਵਾਲਾ ਬਣਾਂਗਾ। ਉਹ ਕਹਿੰਦਾ ਕਿਉਂ? ਕਹਿੰਦਾ ਤੂੰ ਮਟਕਾ ਚੌਕ ਤੇ ਆਏਂਗਾ, ਤੇਰੇ ਸਿਰ ਤੇ ਡੰਡਾ ਮਾਰਾਂਗਾ। ਉਹਨੂੰ ਪਾਵਰ ਦਾ ਚਾਹ ਹੈ, ਉਹ ਇਹ ਨਹੀਂ ਕਹਿੰਦਾ ਵੀ ਤੂੰ ਮੇਰਾ ਟੀਚਰ ਹੈ। ਹਰ ਕੋਈ ਡੰਡਾ ਆਪਣੇ ਹੱਥ ਵਿੱਚ ਮੈਂ ਤੇਰੇ ਨਾਲ ਖੜ ਕੇ ਪੁਲਿਸ ਵਾਲੇ ਨੂੰ ਇਹ ਕਹਾਂਗਾ ਡੰਡਾ ਕਿਉਂ ਮਾਰਨਾ। ਮੈਂ ਬ੍ਰੇਕ ਲਈ ਰੁਕ ਰਿਹਾ, ਪਰ ਮੇਰੀ ਸਿਰਫ ਸਵਾਲ ਇਹ ਹੈ ਕਿ ਉਹਨਾਂ ਨੂੰ ਤਾਂ ਡੰਡਾ ਚਾਹੀਦਾ ਸਾਨੂੰ ਕੁੱਟਣ ਲਈ। ਇਹ ਸਾਨੂੰ ਕਿਹੜੀ ਆਖਰ ਆਈ ਹੋਈ ਹੈ ਕਿ ਅਸੀਂ ਉਹਨਾਂ ਦੇ ਹੱਥ ਡੰਡਾ ਫੜਾਉਣ ਲਈ ਲੱਭਦੇ ਫਿਰਦੇ ਹਾਂ? ਡੰਡਾ ਕਿਹਦੇ ਹੱਥ ਫੜਾਈਏ ਅਸੀਂ, ਕੁੱਟ ਕਿਹਦੇ ਕੋਲੋਂ ਖਾਣੀ ਹੈ? ਹਾਊ ਕੈਨ ਦੈਟ ਬੀ ਮਾਈ ਪੋਲਿਟਿਕਸ? ਇਹ ਮੇਰੀ ਸਿਆਸਤ ਕਿਵੇਂ ਹੋ ਸਕਦੀ ਹੈ? ਸੋ ਇਸ ਕਰਕੇ ਬਾਕੀ ਦੇ ਸਵਾਲ ਤੇ ਹੈਗੇ ਨੇ, ਗੱਲ ਕਰ ਲਾਂਗੇ ਕਿਧਰੇ ਕੋਈ ਆਡੀਅנס ਨਹੀਂ ਨਾਰਾਜ਼ ਨਾ ਹੋ ਜਾਣ ਕਿ ਇਹ ਤਾਂ ਪੁੱਛਿਆ ਹੀ ਨਹੀਂ ਕਿ ਕਾਂਗਰਸ ਦੇ ਅੰਦਰਲੀ ਕਲਾ ਕਲੇਸ਼ ਕਿਹੋ ਜੀ ਹੈ ਤੇ ਭਗਵੰਤ ਮਾਨ ਚਿਹਰਾ ਹੋਣਗੇ ਕਿ ਹੋਰ ਕੋਈ ਚਿਹਰਾ ਆਏਗਾ। ਵਿਲ ਟਾਕ ਅਬਾਊਟ ਦੈਟ ਆਲਸੋ। ਤੇ ਜੇ ਵਸ ਚੱਲਿਆ ਤੇ ਬਚ ਵੀ ਜਾਵਾਂਗੇ। ਵਾਚ ਅਸ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਪੰਜਾਬ ਦੀ ਸਿਆਸਤ ਬਾਰੇ, ਉਹਨਾਂ ਕੁਝ ਮੁੱਦਿਆਂ ਨੂੰ ਛੱਡ ਕੇ ਜਿਨ੍ਹਾਂ ਬਾਰੇ ਬਹੁਤ ਸਾਰੀ ਚਰਚਾ ਹੋ ਚੁੱਕੀ ਹੈ, ਉਹਨਾਂ ਕੁਝ ਮੁੱਦਿਆਂ ਨੂੰ ਫੜ ਕੇ ਜਿਹੜੇ ਚਰਚਾ ਵਿੱਚੋਂ ਇੱਧਰੋਂ ਉੱਧਰੋਂ ਕਿਧਰੇ ਘਿਰ ਜਾਂਦੇ ਨੇ। ਸਾਡੇ ਨਾਲ ਚਰਚਾ ਵਿੱਚ ਸ਼ਾਮਿਲ ਨੇ ਸਰਬਜੀਤ ਪੰਧੇਰ ਜੀ ਅਤੇ ਹਰੀਸ਼ ਛਾਬੜਾ ਜੀ, ਬੋਥ ਆਫ ਦੈਮ ਵੈਰੀ ਸੀਨੀਅਰ ਜਰਨਲਿਸਟ। ਸਰਬਜੀਤ, ਜੇ ਅਸੀਂ ਕਿਉਂਕਿ ਐਂਡ ਆਫ ਆਈਡੀਓਲੋਜੀ ਵਾਲੀਆਂ ਗੱਲਾਂ ਤੇ ਕਾਫੀ ਝੂਠ ਸਿੱਧ ਹੋ ਰਹੀਆਂ ਨੇ, ਘੱਟੋ ਘੱਟ ਬੀਜੇਪੀ ਨੇ ਇਹਨਾਂ ਤੇ ਕਹਿਤਾ ਵੀ ਆਈਡੀਓਲੋਜੀ ਦੀ ਵੀ ਇੱਕ ਮੁਕਾਮ ਹੈ ਸਿਆਸਤ ਦੇ ਵਿੱਚ ਤੇ ਉਹ ਲੈ ਕੇ ਆਏ ਨੇ। ਜੇ ਮੈਂ ਆਈਡੀਓਲੋਜੀਕਲ ਗਰਾਊਂਡਸ ਤੋਂ ਵੀ ਪੰਜਾਬ ਦੀ ਸਿਆਸਤ ਨੂੰ ਦੇਖਾਂ, ਇਹ ਠੀਕ ਹੈ ਕਿ ਪੰਜਾਬ ਉਹ ਨਰਿੰਦਰ ਮੋਦੀ ਅਮਿਤ ਸ਼ਾਹ ਵਾਲੇ ਚਾਰਮਸ ਤੇ ਨਹੀਂ ਫਿਸਲਿਆ ਸੀ, ਉਹ ਹੁੰਗਾਰਾ ਪੰਜਾਬ ਵਿੱਚੋਂ ਨਹੀਂ ਮਿਲਿਆ। ਪਰ ਲੁੱਕ ਐਟ ਦਾ ਕਾਈਂਡ ਆਫ ਪੋਜੀਸ਼ਨਿੰਗ ਜਿਹੜੀ ਕੈਪਟਨ ਅਮਰਿੰਦਰ ਸਿੰਘ ਹਰਾਂ ਨੇ ਆਪਣੇ ਲਈ ਕੀਤੀ ਹੋਈ ਆ, ਹਾਰਡ, ਸਟੌਂਚ, ਨੈਸ਼ਨਲਿਸਟ
ਸੈਲਫ ਸਟਾਈਲਡ ਹੋਮਲੈਂਡ ਸਿਕਿਉਰਿਟੀ ਆਫੀਸਰ ਆਫ ਇੰਡੀਆ, ਇੱਥੇ ਕਿਤੇ ਪਾਕਿਸਤਾਨ ਤੋਂ ਖਤਰਾ ਹੋ ਜਾਂਦਾ, ਕਿਤੇ ਉਹ ਮੇਜਰ ਨੇ ਜੀਪ ਤੇ ਬੰਦ ਤੱਕ ਇਨੋਸੈਂਟ ਕਸ਼ਮੀਰੀ ਨੂੰ, ਤੇ ਉਹਦੇ ਲਈ ਬਰੇਵਰੀ ਮੈਡਲ ਚਾਹੀਦਾ। ਅਮਰਿੰਦਰ ਸਿੰਘ ਜੀ ਆਰਟੀਕਲ ਲਿਖਦੇ ਨੇ ਅਖਬਾਰ 'ਚ ਕਿ ਇਹਨੂੰ ਬਹਾਦਰੀ ਦਾ ਤਗਮਾ ਦਿਓ, ਇਹਨੇ ਇੱਕ ਆਮ ਨਾਗਰਿਕ ਨੂੰ ਚੱਕ 'ਚ ਜੀਪ ਦੇ ਉੱਤੇ ਬੰਨਿਆ ਤੇ ਢਾਲ ਵਾਂਗ ਯੂਜ਼ ਕੀਤਾ, ਤੇ ਸਾਡਾ ਸੀਐਮ ਉਹਦੇ ਲਈ ਤਗਮਾ ਮੰਗਦਾ। ਹੁਣ ਇਹ ਬੇਸਿਕਲੀ ਸੀਐਮ ਉਹ ਆਈਡੀਓਲੋਜੀਕਲ ਓਰੀਐਂਟਡ ਜਿਹੜੀ ਹਿੰਦੂਤਵਾ ਵੋਟ ਹੈ ਉਹਨੂੰ ਵੀ ਨਹੀਂ ਗਵਾਉਣਾ ਚਾਹੁੰਦਾ। ਜਿਹੜੀ ਅਕਾਲੀਆਂ ਦੀ ਸਟੈਂਡਰਡ ਟਰਫ ਸੀ ਪੰਥਕ ਇਸ਼ੂਜ਼ ਵਾਲੀ, ਉਹਦੇ ਤੇ ਵੀ ਇੱਕ ਲੱਤ ਰੱਖਣੀ ਚਾਹੁੰਦੇ ਨੇ, ਤੇ ਜਿਹੜੀ ਜੱਟਵਾਦ ਵਾਲੀ ਗੱਲ ਹੈਗੀ ਹੈ ਕਮਿਊਨਿਟੀ ਵਾਲੀ, ਉਹ ਵੀ ਕਰ ਲਈ ਹੈ। ਤੇ ਬੱਚਾ ਖੁੱਚਿਆ ਸੀਗਾ ਵੀ ਹੁਣ ਉਹ ਹਿੰਦੂ ਲੀਡਰਾਂ ਨਾਲ ਮੀਟਿੰਗ ਰਹਿ ਗਈ ਸੀਗੀ, ਤੇ ਅਖਬਾਰਾਂ ਉਹਦੇ ਨਾਲ ਵੀ ਭਰ ਗਈਆਂ ਨੇ ਕਿ ਹਿੰਦੂ ਲੀਡਰਾਂ ਨਾਲ ਮੀਟਿੰਗ ਵੀ ਹੋ ਗਈ ਹੈ। One is this way of doing politics. The other was standard ਅਕਾਲੀ way of doing politics ਕਿ ਤੁਸੀਂ ਆਇਡੈਂਟੀਟੀ ਪੋਲਿਟਿਕਸ ਦੀ ਟਰਫ ਦੇ ਵਿੱਚ ਹੀ ਖੇਡੀ ਜਾਓ। ਹੁਣ ਕੀ ਇਹ ਆਇਡੈਂਟੀਟੀ ਪੋਲਿਟਿਕਸ ਐਕਚੁਅਲੀ ਸਾਰਿਆਂ ਦੀ ਕਮਰਸ ਬਣ ਗਈ ਹੈ? ਕਿਉਂਕਿ ਕੇਜਰੀਵਾਲ ਆ ਕੇ ਕਹਿ ਗਏ ਨੇ ਕਿ ਅਸੀਂ ਪੰਜਾਬ ਨੂੰ ਇੱਕ ਸਿੱਖ ਸੀਐਮ ਦਿਆਂਗੇ। ਵੈਸੇ ਕਾਂਗਰਸ ਨੇ ਬੜੇ ਸਿੱਖ ਸੀਐਮ ਦਿੱਤੇ ਨੇ, ਮੈਨੂੰ ਲੱਗਦਾ ਉਹਨਾਂ ਨੇ ਕਦੀ ਬੈਨਰ ਨਹੀਂ ਲਾਇਆ ਵੀ ਸਿੱਖ ਸੀਐਮ ਦਿਆਂਗੇ, ਇੱਕ ਪੂਰੀ ਲੰਬੀ ਚੌੜੀ ਸੀਰੀਜ਼ ਆ ਸਿੱਖ ਸੀਐਮਸ ਦੀ। ਆਰ ਵੀ ਪਰਮਾਨੈਂਟਲੀ ਵੈਡਿਡ ਕਿ ਆਪਣੀ ਇਸ ਡੈਮੋਗ੍ਰਾਫਿਕ ਸਟਰਕਚਰ ਕਰਕੇ ਸਾਡੀ ਹਰ ਬਹਿਸ ਸਿੱਖਿਆ ਬਾਰੇ, ਸਿਹਤ ਬਾਰੇ, ਸਾਡੇ ਸੁਪਨਿਆਂ ਬਾਰੇ, ਨੌਕਰੀਆਂ ਬਾਰੇ, ਬੇਰੁਜ਼ਗਾਰੀ ਬਾਰੇ, ਕਲਾਈਮੇਟ ਚੇਂਜ ਬਾਰੇ, ਉਹ ਅੰਤ ਜਾ ਕੇ ਆਇਡੈਂਟੀਟੀ ਪੋਲਿਟਿਕਸ ਨਾਲ ਜੁੜ ਜਾਏਗੀ। ਇਹਦੇ ਦੇਖੋ ਤੁਸੀਂ ਜਿਹੜੀ ਪਹਿਲੀ ਗੱਲ ਕਰ ਰਹੇ ਸੀ ਜਿਹੜੀ ਬੇਸੱਤਾ ਦੀ ਲੜਾਈ ਹੈ ਕਿਸੇ ਟਾਈਮ ਤੇ ਸੀਗੀ, ਹੁਣ ਦੇਖਣ ਨੂੰ ਤਾਂ ਸੱਤਾ ਦੀ ਲੜਾਈ ਲੱਗਦੀ ਹੈ, ਸਿਆਸਤ ਸਾਰੀ ਜਾਂ ਚੋਣਾਂ ਨੇ ਜਿਹੜੀ ਸੱਤਾ ਦੀ ਲੜਾਈ ਲੱਗਦੀ ਆ। ਪਰ ਗੱਲ ਇਹ ਆ ਕਿ ਜਿਹੜਾ ਅੰਤ ਕੀ ਆ, ਜਿਹੜਾ ਜਿੱਤ ਕੇ ਆਉਂਦਾ ਕੋਈ ਵੀ, ਚਾਹੇ ਚੀਫ ਮਿਨਿਸਟਰ ਹੋਵੇ ਚਾਹੇ ਪ੍ਰਾਈਮ ਮਿਨਿਸਟਰ ਹੋਵੇ ਹਿੰਦੁਸਤਾਨ ਦਾ, ਮੈਂ ਐਮਐਲਏ ਦੀ ਤਾਂ ਗੱਲ ਹੀ ਨਹੀਂ ਕਰਦਾ, ਕੈਪਟਨ ਅਮਰਿੰਦਰ ਸਿੰਘ ਦੀ ਤੁਸੀਂ ਗੱਲ ਕੀਤੀ ਜਾਂ ਨਰਿੰਦਰ ਮੋਦੀ ਦੀ ਵੀ ਗੱਲ ਕਰ ਲਓ, ਬਹੁਤ ਸਟਰੋਂਗ ਪਰਸਨੈਲਿਟੀਜ਼ ਨੇ ਦੋਨੋਂ। ਪਰ ਹੈ ਕਿ ਜਿਹੜਾ ਕੌਮਾਂਤਰੀ ਤੌਰ ਤੇ ਇੱਕ ਸਿਸਟਮ ਬਣ ਗਿਆ, ਉਹਦੇ ਇਹ ਇੰਸਟਰੂਮੈਂਟ ਬਣ ਕੇ ਰਹਿ ਜਾਂਦੇ ਨੇ, ਜੋ ਏਜੰਡਾ ਉੱਥੋਂ ਆਉਂਦਾ ਉਹੀ ਉਹਦੇ ਇੰਸਟਰੂਮੈਂਟ ਨੇ, ਉਹਦੇ ਇਹ ਕੋਈ ਆਪਣਾ ਡਿਕਟੇਟ ਆਪਣੀ ਹੀ ਕੋਈ ਚੀਜ਼ ਲਾਗੂ ਕਰ ਲੈਣ ਉਹ ਨਹੀਂ ਹੁੰਦੀ। ਦੂਸਰੀ ਗੱਲ ਕਿਉਂਕਿ ਆਪਾਂ ਜਿਹੜੀ ਤੁਸੀਂ ਪਹਿਲਾਂ ਕਹਿ ਰਹੇ ਸੀ ਕਿ ਐਂਡ ਆਫ ਆਈਡੀਓਲੋਜੀ ਦੀ ਹੈ, ਜਿਹੜੀ ਆਈਡੀਓਲੋਜੀ ਦੇ ਨਾਲ ਬੀਜੇਪੀ ਨੇ ਚੱਲੀ ਸੀ, ਪਰ ਹੁਣ ਜਿਹੜੀ ਉਹ ਸਰਕਾਰ ਜਿਹੜੀ ਸੈਂਟਰ ਦੇ ਵਿੱਚ ਆ ਉਹ ਕਰ ਕੀ ਰਹੀ ਹੈ, ਉਹ ਜਿਹੜਾ ਡਾਕਟਰ ਮਨਮੋਹਨ ਸਿੰਘ ਦਾ ਜਿਹੜਾ ਗਲੋਬਲਾਈਜੇਸ਼ਨ ਦਾ ਜਾਂ ਲਿਬਰਲਾਈਜੇਸ਼ਨ ਔਰ ਪ੍ਰਾਈਵੇਟਾਈਜੇਸ਼ਨ ਦਾ ਜਿਹੜਾ ਏਜੰਡਾ ਸੀ, ਉਹਨੂੰ ਇਮਾਨਦਾਰੀ ਨਾਲ ਅੱਗੇ ਲੈ ਕੇ ਜਾ ਰਹੀ ਹੈ, ਹੋਰ ਐਫੀਸ਼ੀਐਂਟ ਡਬਲ ਸਪੀਡ, ਹਾਂ ਉਸ ਨੂੰ। ਔਰ ਇਹਦੇ ਚ ਆਰਐਸਐਸ ਦਾ ਇੱਕ ਤਬਕਾ ਨਾਰਾਜ਼ ਹੁੰਦਾ ਇਸ ਸਰਕਾਰ ਦੇ ਨਾਲ ਵੀ ਤੁਸੀਂ ਚੱਲੇ ਕਿੱਧਰ ਨੂੰ ਫਿਰਦੇ ਹੋ, ਵੀ ਸਾਡਾ ਦਾ ਏਜੰਡਾ ਹੋਰ ਸੀ, ਕਾਰਪੋਰੇਟ ਕਰੋਨੀ ਕੈਪੀਟਲਿਜ਼ਮ ਦੇ ਨਾਲ ਤੁਸੀਂ ਅੱਗੇ ਜਾ ਰਹੇ ਹੋ, ਸਾਰੇ ਦਾ ਸਾਰਾ ਉਹ ਜਾ ਰਿਹਾ, ਤੇ ਉਹ ਕਿਉਂ ਆ, ਉਹ ਡਿਕਟੇਟ ਕਿਸੇ ਹੋਰ ਪਾਸਿਓਂ ਆ ਰਿਹਾ। ਹੁਣ ਜਿਹੜੀ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਤੁਸੀਂ ਲੋਕਲ ਲੈਵਲ ਦੇ ਉੱਤੇ ਜਿੰਨੀ ਵੀ ਦੇਖੋਗੇ, ਉਹ ਸਾਰੇ ਦਾ ਸਾਰਾ ਵਰਤਾਂਤ ਇਹੀ ਚੱਲ ਰਿਹਾ। ਔਰ ਸਾਡੇ ਜਿਹੜੇ ਲੋਕ ਨੇ ਇਸ ਵੇਲੇ ਜਿਹੜੀ ਤੁਸੀਂ ਆ ਗੱਲ ਕਰਦੇ ਹੋ ਵੀ ਲੋਕੀ ਟੈਂਕੀਆਂ ਤੇ ਕਿਉਂ ਚੜ ਰਹੇ ਆ, ਹੁਣ ਤੁਸੀਂ ਉਹ ਸਾਰੀ ਦੀ ਸਾਰਾ ਉਹ ਉਸੇ ਦਾ ਰਿਐਕਸ਼ਨ ਆ, ਉਸ ਦੇ ਖਿਲਾਫ ਰਿਐਕਸ਼ਨ ਹੀ ਹੈ। ਜਿਹੜਾ ਐਕਚੁਅਲੀ ਐਕਚੁਅਲੀ ਐਨ ਇੰਟਰਨੈਸ਼ਨਲ ਸਟੋਰੀ। ਇਹ ਕਿਤੇ ਹੁੰਦਾ ਕਿ ਜਿੱਥੇ ਕਿਤੇ ਕਿਸੇ ਨੂੰ ਕੋਈ ਪੀੜਾ ਕੋਈ ਇੰਨੀ ਐਡਰੈਸ ਨਹੀਂ ਹੋ ਰਹੀ, ਹਰ ਸ਼ਹਿਰ ਦੇ ਵਿੱਚ ਹਰ ਟੈਂਕੀ ਜਿਹੜੀ ਹੈ ਉਹ ਇੱਕ ਮੁਕਾਮ ਬਣ ਗਈ ਹੈ ਪ੍ਰੋਟੈਸਟ ਦਾ ਕਿ ਟੈਂਕੀਆਂ ਤੇ ਚੜ ਜਾਓ। ਡੈਸਪਰੇਸ਼ਨ ਦੀ ਲਿਮਿਟ ਹੋਏਗੀ ਨਾ, ਕੋਈ ਅਜਿਹਾ ਕਿਉਂ ਕਰੇਗਾ? 100 ਦਿਨ ਤੋਂ ਜਾ ਕੇ ਲੋਕ ਟੈਂਕੀ ਦੇ ਉੱਤੇ ਰਹਿ ਰਹੇ ਨੇ। ਤੇ ਪੰਜਾਬ ਵਿੱਚ ਅਜਿਹੀਆਂ ਕਈ ਟੈਂਕੀਆਂ ਨੇ ਜਿਨ੍ਹਾਂ ਦੀਆਂ ਪੌੜੀਆਂ ਦੀ ਪਹਿਲੀ ਜਿਹੜੀ ਫਲਾਈਟ ਹੁੰਦੀ ਹੈ ਤੋੜੀ ਹੋਈ ਹੈ ਚੜ੍ਹਨਾ ਜਾਏ ਤਾਂ ਕਿ ਕੋਈ ਉੱਪਰ ਨਾ ਚੜ ਜਾਏ। ਜਦੋਂ ਅਸੀਂ ਆਏ ਹਾਂ ਤੁਹਾਡੇ ਸਟੂਡੀਓ, ਉੱਥੇ ਵੀ ਇੱਕ ਹੈਗੀ ਹੈ ਟੈਂਕੀ, ਉੱਥੇ ਵੀ ਇਹੀ ਹਾਲ ਹੈ। ਉਹਦੇ ਵਿੱਚ ਜਿਹੜੀ ਹੁੰਦੀ ਹੈ ਅਕਾਲੀ ਦਲ ਦੀ ਗੱਲ ਹੈ। ਅਕਾਲੀ ਦਲ ਤੁਸੀਂ ਆਪਾਂ ਆਇਡੈਂਟੀਟੀ ਪੋਲਿਟਿਕਸ ਨਹੀਂ ਹੈ, ਜਿਹੜਾ ਅਕਾਲੀ ਦਲ ਦਾ ਜਿਹੜਾ ਆਪਣਾ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਜਿਹਦੇ ਵਿੱਚ ਫੈਡਰਲ ਸਟਰਕਚਰ ਦੀ ਗੱਲ ਕਰ ਰਿਹਾ ਅਕਾਲੀ ਦਲ, ਦੈਟ ਵਾਸ ਇਮੈਜਿਨੇਟਿਵ ਪੋਲਿਟਿਕਸ, ਹਾਂ, ਔਰ ਬੜੀ ਪ੍ਰੋਗਰੈਸਿਵ ਮੇਰੇ ਹਿਸਾਬ ਦੇ ਨਾਲ ਉਸ ਵੇਲੇ ਉਹਨਾਂ ਨੇ ਗੱਲ ਕੀਤੀ। ਉਹ ਅਕਾਲੀ ਦਲ ਤਾਂ ਛੱਡ ਗਿਆ, ਹੁਣ ਉਹ ਗੱਲ ਜਿਹੜੇ ਹੈਗੇ ਜੀ ਸਾਡੇ ਕਿਸਾਨ ਜਿਹੜੇ ਹੈਗੇ ਆ ਸਿੰਘੂ ਬਾਰਡਰ ਤੇ ਜਾਂ ਟਿੱਕਰੀ ਬਾਰਡਰ ਤੇ ਬੈਠੇ, ਉਹ ਕਹਿ ਰਹੇ ਨੇ ਵੀ ਕੇਂਦਰ ਇਹ ਕਾਨੂੰਨ ਪਾਸ ਨਹੀਂ ਕਰ ਸਕਦਾ ਸੀ ਜੀ, ਇਹ ਤਾਂ ਸਟੇਟ ਦਾ ਰਾਈਟ ਸੀ। ਉਹ ਹੁਣ ਜਿਹੜੀਆਂ ਸਟੇਟ ਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਉਹ ਇੰਸਟਰੂਮੈਂਟ ਬਣੀਆਂ ਹੋਈਆਂ ਨੇ, ਗਲੋਬਲ ਜਿਹੜੀ ਮਾਰਕੀਟ ਫੋਰਸਿਸ ਨੇ ਉਹਨਾਂ ਦੀਆਂ ਉਹ ਇੰਸਟਰੂਮੈਂਟਸ ਬਣ ਗਈਆਂ ਨੇ, ਔਰ ਜਿਸ ਦੇ ਵਿੱਚ ਅਸੀਂ ਕਹਿੰਦੇ ਆਈਡੀਓਲੋਜੀਕਲ ਡਿਫਰੈਂਸਿਸ ਇੰਨੇ ਕੁ ਮੱਧਮ ਹੋ ਗਏ ਨੇ। ਤੁਸੀਂ ਜਿਸ ਤਰ੍ਹਾਂ ਸੁਖਪਾਲ ਖਹਿਰਾ ਉਹਨਾਂ ਦੀ ਗੱਲ ਕੀਤੀ, ਉਹ ਕਾਂਗਰਸ ਚੋਂ ਆਮ ਆਦਮੀ ਪਾਰਟੀ ਆਪਣੀ ਪਾਰਟੀ ਅਕਾਲੀ ਦਲ ਚ ਕਿਉਂ ਨਹੀਂ ਗਏ, ਮੈਨੂੰ ਸਮਝ ਨਹੀਂ ਆਈ। ਕਈ ਹੋਰ ਲੋਕੀ ਨੇ ਇੱਥੇ ਫਾਦਰ ਨੇ ਪਹਿਲਾਂ ਲਾਇਆ ਹੋਇਆ ਟੈਨਿਓਰ ਆਪਣਾ, ਹਾਂਜੀ, ਉਹ ਸਾਰੇ ਦਾ, ਔਰ ਇੱਥੇ ਆਪਣੇ ਚੰਡੀਗੜ੍ਹ ਦੇ ਵਿੱਚ ਵੀ ਕਈ ਸਾਨੂੰ ਲੀਡਰ ਲਾਏ, ਉਹ ਸਾਰੀਆਂ ਪਾਰਟੀਆਂ ਚ ਘੁੰਮੇ ਹੁੰਦੇ ਨੇ। ਔਰ ਲੋਕਾਂ ਜਿਹੜੇ ਉਹਨਾਂ ਦੇ, ਔਰ ਕਮਾਲ ਦੀ ਗੱਲ ਹੁੰਦੀ ਹੈ, ਜਿਹੜੇ ਉਹਨਾਂ ਦੇ ਬਹੁਤ ਸਪੋਰਟਰ ਹੁੰਦੇ ਨੇ, ਜਿਹੜੇ ਪੱਕੇ ਸਪੋਰਟਰਸ ਨੇ, ਉਹ ਵੀ ਉਸੇ ਰੰਗ 'ਚ ਢਲ ਜਾਂਦੇ ਨੇ, ਔਰ ਕੋਈ ਡਿਫਰੈਂਸ ਨਹੀਂ। ਮੇਬੀ ਕਿ ਪੋਲਿਟਿਕਸ ਸਪੇਸ ਨਹੀਂ ਦੇ ਰਹੀ, ਕਿਸੇ ਵੀ ਨਵੇਂ ਖਿਆਲ ਨੂੰ ਪੋਲਿਟਿਕਸ ਸਪੇਸ ਨਹੀਂ ਦੇ ਰਹੀ। ਅਸੀਂ ਇਸ ਤਰ੍ਹਾਂ ਦੀ ਪਹਿਲਾਂ ਬਹੁਤ ਫੇਲਰਸ ਦੇਖਿਆ ਜਿਨ੍ਹਾਂ ਲੋਕਾਂ ਤੋਂ ਬੜੀਆਂ ਕਿਸੇ ਟਾਈਮ ਪੰਜਾਬ ਨੂੰ ਆਸਾਂ ਹੁੰਦੀਆਂ ਸੀਗੀਆਂ, ਕਿਸੇ ਟਾਈਮ ਮਨਪ੍ਰੀਤ ਬਾਦਲ ਰੈਵੋਲੂਸ਼ਨ ਦਾ ਚਿਹਰਾ ਦਿਖਾਈ ਦਿੰਦੇ ਹੁੰਦੇ ਸੀਗੇ, ਉਹਨਾਂ ਦੀ ਡੋਮੈਸਟੀਕੇਸ਼ਨ ਕਾਂਗਰਸ ਦੇ ਵਿੱਚ ਰਿਮਾਰਕੇਬਲ ਹੋਈ ਹੈ, ਲਾਈਕ ਐਨੀ ਅਦਰ ਪੋਲੀਟੀਸ਼ੀਅਨ ABC। ਇਸੇ ਤਰੀਕੇ ਨਾਲ ਜਗਮੀਤ ਸਿੰਘ ਬਰਾੜ ਕਦੀ ਇੱਦਾਂ ਲੱਗਦਾ ਸੀ ਵੀ ਬੜੇ ਵੱਡੇ ਚੈਲੰਜਰ ਹੋਏ ਨੇ,
ਉਹਨਾਂ ਦੀ ਵੀ ਪੂਰੀ ਟੇਮਿੰਗ ਹੋਈ ਹੈ। ਨਹੀਂ ਉਹ ਬਿਲਕੁਲ ਇਹ ਜਿਹੜੇ ਲੀਡਰਸ ਨੇ ਇਹਨਾਂ ਨੇ ਬੜੀ ਇੱਕ ਅਗੇਨ ਇਹਨਾਂ ਨੇ ਆਪਣਾ ਇੱਕ ਆਈਡੀਓਲੋਜੀਕਲ ਬੇਸ ਨਹੀਂ ਬਣਾਇਆ। ਇਹਨਾਂ ਨੇ ਕਿਸ ਮੁੱਦੇ ਨੂੰ ਅਸੀਂ ਪ੍ਰੈਜ਼ੈਂਟ ਕਰਨਾ, ਉਹਦੇ ਵਾਸਤੇ ਜਦੋਂ ਜਹਿਦ ਕਿਸ ਲੈਵਲ ਦੇ ਉੱਤੇ ਜਾ ਕੇ ਇੱਕ ਜਿਹੜਾ ਪੋਲੀਟੀਕਲ ਲੀਡਰ ਹੈ, ਜੇ ਅਸੀਂ ਧਿਆਨ ਨਾਲ ਦੇਖੀਏ ਉਹਦਾ ਕੰਮ ਇਹ ਵੀ ਹੈ ਕਿ ਤੁਸੀਂ ਸਮਾਜ ਦੇ ਵਿੱਚ ਇੱਕ ਮੁੱਦੇ ਦੇ ਬਾਰੇ ਚੇਤਨਾ ਵੀ ਲਿਆਉਣੀ, ਉਹਦੇ ਵਾਸਤੇ ਸੰਘਰਸ਼ ਕਰਨਾ। ਸਿਆਸਤ ਇਹੀ ਹੈ, ਜੇ ਅਸੀਂ ਪੋਲੀਟੀਕਲ ਸਾਇੰਸ ਨੂੰ ਪੜ੍ਹੀਏ, ਬਟ ਦੈਟਸ ਅ ਲੌਂਗ ਰੂਟ, ਉਹ ਕੋਈ ਕਰਦਾ ਨਹੀਂਗਾ, ਉਹ ਲੰਬੀ ਸਟਰਗਲ ਹੈ। ਔਰ ਕਿਉਂਕਿ ਅੱਜ ਕੱਲ੍ਹ ਤੁਸੀਂ ਐਸਪੀ ਜੀ ਤੁਸੀਂ ਇਹ ਦੇਖੋ ਤਾਂ ਸਹੀ, ਹੁਣ ਆਪਣੀਆਂ ਚੋਣਾਂ ਆ ਜਾਣੀਆਂ, ਹੁਣ ਇੱਕ ਬੜਾ ਵਧੀਆ ਜੁਮਲਾ ਯੂਜ਼ ਹੋਊਗਾ ਕਿ ਅਸੀਂ ਟਿਕਟ ਕਿਹਨੂੰ ਦੇਣੀ ਹੈ। ਹਾਂ, ਉਹ ਚ ਕਹਿਣਗੇ ਵਿਨੇਬਿਲਿਟੀ ਦੇਖਣੀ, ਵਿਨੇਬਿਲਿਟੀ ਜਿਹੜਾ ਜਿੱਤ ਸਕੇ। ਹਾਂ, ਵਿਨੇਬਿਲਿਟੀ ਦਾ ਮਤਲਬ ਕਈ ਵਾਰੀ ਹੁੰਦਾ ਵੀ ਜਿਹੜਾ ਇੱਥੇ ਜ਼ਿਆਦਾ ਸਟਰੋਂਗਮੈਨ ਹੋਵੇ, ਜ਼ਿਆਦਾ ਬਦਮਾਸ਼ ਹੋਵੇ, ਜਾਂ ਜਿਹੜਾ ਜ਼ਿਆਦਾ ਪੈਸਾ ਲਾ ਸਕੇ, ਐਗਜ਼ੈਕਟਲੀ, ਜਾਂ ਜਿਹੜਾ ਦੂਜੀਆਂ ਪਾਰਟੀਆਂ ਦੇ ਜਾਂ ਜਿਹੜਾ ਵੋਟਾਂ ਖਰੀਦ ਵੀ ਸਕੇ। ਹਾਂ, ਉਹ ਵਿਨੇਬਿਲਿਟੀ ਜਿਹੜੀ ਹੈਗੀ ਆ, ਉਹ ਤੁਹਾਡੀ ਪਾਰਟੀ ਦੇ ਸਿਧਾਂਤ ਨਾਲ ਔਰ ਯਾਰ ਤੁਹਾਡੀ ਹੁਣ ਤੱਕ ਦੀ ਜਿਹੜੀ ਤੁਹਾਡੀ ਪਰਸਨੈਲਿਟੀ ਦੇ ਨਾਲ ਉਹਦਾ ਕੋਈ ਲੈਣਾ ਦੇਣਾ। ਤੁਸੀਂ ਥੋੜੀ ਜਿਹੀ ਤਾਂ ਐਡਵਾਈਜ਼ਰ ਵੀ ਲੱਗੇ ਹੋ ਸਿਆਸਤਦਾਨਾਂ ਦੇ, ਤੁਸੀਂ ਨਾਲ ਤੁਸੀਂ ਥੋੜੀ ਜਿਹੀ ਸਲਾਹ ਵੀ ਦੇ ਰਹੇ ਹੋ ਕਿ ਭਰਾਵੋ ਹੋਰ ਕੋਈ ਕਾਰਨ ਕਹਿ ਕੇ ਵੋਟ ਟਿਕਟ ਦੇ ਦੇਣਾ, ਭਾਵੇਂ ਵਿਨੇਬਲ ਦੇ ਕੇ ਹੀ ਦੇ ਦੇਣਾ ਬਦਮਾਸ਼ ਨੂੰ, ਇਹ ਨਾ ਕਹਿਣਾ ਕਿ ਵਿਨੇਬਲ ਹੈ ਤਾਂ ਦਿੱਤੀ ਹੈ, ਕਹਿਣਾ ਬੜਾ ਚੰਗਾ ਆਦਮੀ ਹੈ। ਹੁਣ ਤਾਂ ਪਾਰਟੀ ਇਹੀ ਨਹੀਂ ਕਹਿੰਦੀ ਬੜਾ ਚੰਗਾ ਆਦਮੀ ਦਿੱਤੀ, ਉਹ ਕਹਿੰਦੇ ਜੀ ਇਹ ਵਿਨੇਬਲ ਸੀਗਾ। ਮੈਨੂੰ ਦੱਸੋ, ਜੇ ਸਿਆਸਤ ਸੈਂਟਰ ਸਟੇਟ ਰਿਲੇਸ਼ਨਸ ਦੀ ਗੱਲ ਨਹੀਂ ਕਰਦੀ, ਜੇ ਸਿਆਸਤ ਰੈਂਕ ਅਨਇੰਪਲੋਇਮੈਂਟ ਦੀ ਗੱਲ ਨਹੀਂ ਕਰਦੀ, ਜੇ ਸਿਆਸਤ ਇਹ ਗੱਲ ਨਹੀਂ ਕਰਦੀ ਕਿ ਮੇਰੇ ਬੱਚੇ ਦੂਜੇ ਮੁਲਕਾਂ ਨੂੰ, ਬਸ ਉਹਦਾ ਨਾਮ ਹਿੰਦੁਸਤਾਨ ਨਾ ਹੋਵੇ, ਕੋਈ ਮੁਲਕ ਹੋ ਜਾਵੇ, ਕੈਨੇਡਾ ਆਸਟ੍ਰੇਲੀਆ ਛੱਡੋ, ਕੋਈ ਮੁਲਕ ਹੋਵੇ, ਭੱਜ ਜਾਵਾ ਟੂ ਐਨੀ ਪਲੇਸ ਇਨ ਦਾ ਵਰਲਡ ਵਿਚ ਇਜ਼ ਨਾਟ ਕਾਲਡ ਇੰਡੀਆ। ਜੇ ਉਹ ਸਿਆਸਤ ਸਟੇਟ ਆਫ ਹਾਇਰ ਐਜੂਕੇਸ਼ਨ ਦੀ ਗੱਲ ਨਹੀਂ ਕਰਦੀ, ਜੇ ਪ੍ਰਾਈਵੇਟ ਯੂਨੀਵਰਸਿਟੀਆਂ ਖੇਤਾਂ ਜਿੱਥੇ ਕਣਕਾਂ ਹੁੰਦੀਆਂ ਸੀ, ਕਣਕਾਂ ਵੱਢ ਕੇ ਉੱਥੇ ਤੇ ਖੁੰਬਾਂ ਵਾਂਗ ਪ੍ਰਾਈਵੇਟ ਯੂਨੀਵਰਸਿਟੀਆਂ ਉੱਗਦੀਆਂ ਨੇ, ਜਿਹੜੀਆਂ ਉਹਨਾਂ ਦੀਆਂ ਫੀਸ ਸਟਰਕਚਰਸ ਨੇ, ਉਹਦੇ 'ਚ ਕਿੰਨੇ ਕੁ ਬੱਚੇ ਪੜ੍ਹ ਸਕਦੇ ਨੇ। ਜੇ ਸਿਆਸਤ ਇਹਦੇ ਬਾਰੇ ਗੱਲ ਨਹੀਂ ਕਰਦੀ, ਸਿਆਸਤ ਨੇ ਗੱਲ ਕਰ ਲਈ ਹੈ ਸਾਰੇ ਪਿੰਡਾਂ ਦੀ ਸ਼ਾਮਲਾਟ ਦੀ ਜ਼ਮੀਨ ਖੋਹ ਕੇ ਇੰਡਸਟਰੀਅਲਿਸਟਾਂ ਨੂੰ ਦੇਣ ਲਈ ਅਸੈਂਬਲੀ ਦੇ ਵਿੱਚ ਕਾਨੂੰਨ ਪਾਸ ਕੀਤਾ ਜਾਂਦਾ ਹੈ। ਪਾਰਟੀਆਂ ਨੇ ਸੱਤਾ ਲੈਣੀ ਹੈ ਨਾ, ਇੱਕ ਦੂਜੇ ਤੇ ਦੋਸ਼ ਲਗਾਣੇ ਨੇ, ਇਸ ਮਾਮਲੇ ਤੇ ਤਾਂ ਕੋਈ ਪਾਰਟੀ ਦੂਜੇ ਤੇ ਦੋਸ਼ ਵੀ ਨਹੀਂ ਲਗਾ ਰਹੀ, ਕੋਈ ਪਾਰਟੀ ਨਹੀਂ ਲੜ ਰਹੀ। ਜੇ ਸਿਆਸਤ ਇਹ ਨਹੀਂ ਕਰ ਰਹੀ, ਯੂ ਆਰ ਸੇਇੰਗ ਲੋਕ ਨਹੀਂ ਚਾਹੁੰਦੇ, ਹਾਊ ਐਮ ਆਈ ਰਿਸਪੌਂਸੀਬਲ, ਹਾਊ ਆਰ ਮਾਈ ਪੀਪਲ ਰਿਸਪੌਂਸੀਬਲ। ਮੇਰੇ ਲੋਕ ਤਾਂ ਲੜ ਰਹੇ ਨੇ, ਲੋਕਾਂ ਦੇ ਵਿੱਚ ਤਾਂ ਲੋਕ ਕਹਿ ਰਹੇ ਨੇ ਰਨਾਇਜ਼ਾਂ ਪੰਜਾਬ ਦੇ ਵਿੱਚ ਦਿਖਾਈ ਦੇ ਰਹੀ ਹੈ, ਮੇਰੇ ਲੋਕ ਤਾਂ ਸਰਕਾਰੇ ਹਿੰਦ ਦੇ ਨਾਲ ਇਕੱਲੇ ਲੜਨ ਗਏ ਹੋਏ ਨੇ। ਉਹਦੇ ਬਾਰੇ ਆਪਾਂ ਫਿਰ ਉਹਦੇ ਬਾਰੇ ਵੱਖਰੀ ਗੱਲ ਹੋ ਸਕਦੀ ਹੈ ਕਿ ਉੱਥੇ ਜਾ ਕੇ ਜਿਹੜਾ ਮਿੰਨੀ ਪੰਜਾਬ ਬਣਿਆ, ਉਹਦੇ ਵਿੱਚ ਵੀ ਸਾਰੇ ਉਹੀ ਕੰਟਰਡਿਕਸ਼ਨ ਨੇ ਜਿਹੜੇ ਕਿ ਇਸ ਪੰਜਾਬ ਵਿੱਚ ਮੌਜੂਦ ਨੇ। ਉੱਥੇ ਕੌਣ ਕਿੱਥੇ ਸੋ ਰਿਹਾ, ਕਿਹੜਾ ਟਰਾਲੀ ਵਿੱਚ ਸੋ ਰਿਹਾ, ਕਿਹੜਾ ਟੈਂਟਾਂ ਵਿੱਚ ਸੋ ਰਿਹਾ, ਉਹ ਵੀ ਸਾਰਾ ਉੱਥੇ ਬਹੁਤ ਕੁਝ ਫਿਲਟਰ ਹੋਏਗਾ। ਬਟ ਦ ਆਈਡੀਆ ਇਜ਼ ਦੈਟ देयर इज अ ਮਾਸ ਅਵੇਕਨਿੰਗ। ਲੋਕ ਇਹਦੇ ਬਾਰੇ ਗੱਲ ਕਰ ਰਹੇ ਨੇ, ਤੁਸੀਂ ਵੀ ਉਹਨੂੰ ਇੱਕ ਲਾਈਨ 'ਚ ਪੇਂਟ ਨਹੀਂ ਕਰ ਰਹੇ, ਮੈਂ ਵੀ ਉਹ ਨਹੀਂ ਕਰ ਰਿਹਾ, ਪਰ ਅਸੀਂ ਸੇਮ ਗੱਲ ਨੂੰ ਦੂਜੀ ਤਰ੍ਹਾਂ ਕਹਿ ਰਹੇ ਹਾਂ। ਜਦੋਂ ਮੈਂ ਲੋਕ ਕਹਿਣਾ, ਮੈਂ ਉਹ ਕਹਿੰਦਾ ਜਿਹੜਾ ਸੋਸ਼ਲ ਸਟਰਕਚਰ ਹੈ ਉਹ ਹੀ ਰਿਫਲੈਕਟ ਹੋਏਗਾ ਪੋਲੀਟੀਕਲ ਸਟਰਕਚਰ 'ਚ। ਕਿ ਅਸੀਂ ਸੋਸ਼ਲ ਸਟਰਕਚਰ ਨੂੰ ਰਿਫਾਰਮ ਕਰਨ ਵਾਸਤੇ ਗੱਲ ਕੀਤੀ ਹੈ ਕਿ ਸਾਨੂੰ ਜਿਹੜੀ ਤੁਸੀਂ ਗੱਲ ਹੁਣ ਛੇੜੀ ਹੈ, ਇਹ ਸਿਆਸਤਦਾਨ ਕਿਵੇਂ ਗੱਲ ਕਰ ਲੇਗਾ ਸ਼ਾਮਲਾਟ ਲੈਂਡ ਦੀ, ਜਦੋਂ ਤੱਕ ਸਾਡੇ ਉੱਥੇ ਗੁਰਦੁਆਰਿਆਂ ਤੋਂ ਇਹ ਅਨਾਉਂਸਮੈਂਟ ਹੁੰਦੀ ਹੈ ਕਿ ਇਹਨਾਂ ਦਾ ਤੁਸੀਂ ਬਾਈਕਾਟ ਕਰੋ ਜੇ ਇੰਨੇ ਤੋਂ ਜ਼ਿਆਦਾ ਪੈਸੇ ਮੰਗਣ। ਦੈਟ ਵਾਸ ਐਬੀਰੇਸ਼ਨ। ਆਈ ਹੋਪ ਸੋ, ਮੈਨੂੰ ਆਸ ਹੈ, ਉਮੀਦ ਹੈ ਕਿ ਉਹ ਐਬੀਰੇਸ਼ਨ ਹੈ। ਸੋ ਹਾਊ ਮੈਨੀ ਕਿੰਨੇ ਗਲਤੀਆਂ ਨੇ ਉਹਨਾਂ ਦੀ, ਉਹਨਾਂ ਦੀ ਕੋਈ ਓਨਰਸ਼ਿਪ ਵੀ ਨਹੀਂ ਲੈ ਰਿਹਾ, ਤੇ ਜੇ ਕੋਈ ਕਿਸਾਨੀ ਧਿਰਾਂ ਨੇ, ਪਾਰਟੀਆਂ ਨੇ, ਕਿਸੇ ਨੇ ਓਨਰਸ਼ਿਪ ਨਹੀਂ ਲਈ ਕਿ ਅਸੀਂ ਇਸ ਤਰ੍ਹਾਂ ਦੀ ਕੋਈ ਗੱਲ ਸੈਂਕਸ਼ਨ ਕੀਤੀ ਹੈ। ਉਹਨਾਂ ਨੂੰ ਓਨਰਸ਼ਿਪ ਲੈਣ ਦੀ ਲੋੜ ਨਹੀਂ ਹੈ, ਉਹ ਸਟਰਕਚਰ ਬੜੇ ਖੂਬਸੂਰਤੀ ਨਾਲ ਉਹਨਾਂ ਨਾਲ ਇਨ ਸਿੰਕ ਬੈਠ ਜਾਂਦਾ ਹੈ, ਕਿਉਂਕਿ ਉਹ ਲੀਡਰ ਵੀ ਉਹਨਾਂ ਚੋਂ ਉੱਪਰ ਦੇ। ਫਾਲਟ ਲਾਈਨਸ ਹੈਗੀਆਂ ਸੋਸਾਇਟੀ ਦੇ ਵਿੱਚ, ਫਾਲਟ ਲਾਈਨ, ਉੱਥੇ ਫਾਲਟ ਲਾਈਨ ਨੂੰ ਜੇ ਉਹ ਐਕਸਪਲੋਇਟ ਕਰਦੇ ਨੇ ਤਾਂ ਉਹ ਉਹੀ ਕਰ ਰਹੇ ਨੇ ਜੋ ਪਿੰਡ ਵਿੱਚ ਬੈਠਾ ਕੋਈ ਹੋਰ ਬੰਦਾ ਕਰ ਰਿਹਾ, ਜਿਹੜਾ ਪਾਵਰ ਕਿਸੇ ਤਰ੍ਹਾਂ ਦਾ। ਪਰ ਜਿਹੜਾ ਲੈਟ ਅਸ ਕੋਇਨ ਅ ਨਿਊ ਟਰਮ, ਕੀ ਕਹੀਏ ਇਹਨੂੰ, ਪੋਲੀਟਿਕੋ ਇਲੈਕਟੋਰਲ ਮੈਸੇਜ ਵੀ ਤਾਂ ਕੋਈ ਆਏਗਾ। ਸਰ ਜੀ ਤੁਸੀਂ ਟਰਮ ਯੂਜ਼ ਕਰਦੇ ਹੋ, ਤੁਸੀਂ ਸੋਸ਼ੀਓ ਪੋਲੀਟਿਕੋ ਰਿਲੀਜੀਓ, ਹਾਂ ਮੈਂ ਸਾਰੀਆਂ ਇਕੱਠੀਆਂ ਕਰ ਲੈਂਦਾ। ਮੈਨੂੰ ਯਾਦ ਹੈ, ਅਸੀਂ ਬੜੀ ਦੇਰ ਤੋਂ ਪੁਰਾਣੇ ਸਾਥੀ ਹਾਂ, ਅਸੀਂ ਪੱਤਰਕਾਰਤਾ ਦੇ ਵਿੱਚ ਇੱਕੋ ਦਿਨ ਤੇ ਇੱਕੋ ਸ਼ਾਮ ਕਦਮ ਰੱਖਿਆ ਹੋਇਆ, ਯਾਦ ਹੈ? ਇੱਕੋ ਟੈਸਟ ਇਕੱਠੇ ਦਿੱਤਾ ਹੋਇਆ ਪ੍ਰੈਸ ਟੈਸਟ ਆਫ ਇੰਡੀਆ 'ਚ। ਰਾਦਰ ਤੁਸੀਂ ਉਦੋਂ ਬਚਾ ਲਿਆ ਸੀ, ਮੈਂ ਤਾਂ ਭੱਜ ਲਿਆ ਸੀ ਦਿੱਲੀ ਵਾਲੇ ਟੈਸਟ ਤੋਂ। ਮੈਂ ਕਿਹਾ ਜੀ ਇਹ ਨਹੀਂ ਪਾਸ ਹੋਣਾ, ਐਸਪੀ ਕਹਿੰਦੇ ਫੇਲ ਹੋਣ ਤੋਂ ਕੌਣ ਰੋਕੂਗਾ। ਮੈਂ ਇਹਨਾਂ ਨੂੰ ਕਿਹਾ ਕਿ ਕਿਸੇ ਦਿਨ ਗੱਲਬਾਤ ਕਰਾਂਗੇ ਕਿ ਪੱਤਰਕਾਰ ਕਿਵੇਂ ਬਣਦੇ ਨੇ, ਕਿਉਂਕਿ ਅਸੀਂ ਦੋਨੋਂ ਇੰਟਰਵਿਊ ਦੇਣ ਗਏ ਸੀ ਤਾਂ ਸੁਪਰੀਮ ਕੋਰਟ ਦੇ 2 ਜੱਜ ਸਾਹਮਣੇ ਇੰਟਰਵਿਊ ਲੈਣ ਵਾਲਿਆਂ 'ਚ ਬੈਠੇ ਹੋਏ ਸੀ। ਇਟ ਵਾਸ ਲਾਈਕ ਰਿਮਾਰਕੇਬਲ, ਸਾਨੂੰ ਨਹੀਂ ਸੀ ਪਤਾ ਵੀ ਇਸ ਲੈਵਲ ਦੀ ਇੰਟਰਵਿਊ ਹੁੰਦੀ ਹੈ। ਮੈਨੂੰ ਇਹ ਦੱਸੋ ਕਿ ਉਹ ਜਿਹੜਾ ਪੋਲੀਟੀਕਲ ਇਲੈਕਟੋਰਲ ਮੈਸੇਜ ਜਿਹੜਾ ਪਰਕੋਲੇਟ ਹੋਏਗਾ ਸਿੰਘੂ ਬਾਰਡਰ ਤੋਂ, ਉਹ ਇਸ ਸਿਆਸਤ ਨੂੰ ਹੁਣ ਇੰਨਾ ਇਸ ਵਾਰੀ ਇਫੈਕਟ ਕਰੇਗਾ ਕਿ ਇਕੱਲਾ ਕਿਸਾਨ ਹੋਏਗਾ ਉਹ ਬੰਦਾ, ਇੱਥੇ ਆ ਕੇ ਹੋ ਸਕਦਾ ਜੱਟ ਬਣ ਜਾਏ, ਇੱਥੇ ਆ ਕੇ ਹੋ ਸਕਦਾ ਕੋਈ ਹੋਰ ਆਇਡੈਂਟੀਟੀ ਉਹਦੀ ਮੁਖਰ ਹੋ ਜਾਏ। ਇਹ ਬਹੁਤ ਈਜ਼ੀਲੀ ਹੋ ਜਾਂਦਾ ਹੈ ਕਿਉਂਕਿ ਇਹ ਇੰਨਾ ਜ਼ਿਆਦਾ ਸਾਡੇ ਸਮਾਜ ਵਿੱਚ ਐਕਸੈਪਟਡ ਹੈ। ਹੋਰ ਕਿਹੜੇ ਸਟੇਟ ਵਿੱਚ ਕੋਈ ਫਾਰਮਰ ਸੀਐਮ ਇੱਕ ਸੋ ਕਾਲਡ ਵੱਡੇ ਪੱਤਰਕਾਰ ਨੂੰ ਇਹ ਕਹਿ ਦੇਵੇ ਮੂੰਹ ਤੇ ਕਿ ਜਿਹੜੇ ਜੱਟ ਨੇ ਸੀਐਮ ਉਹਨਾਂ ਦਾ ਹੀ ਬਣੇਗਾ, ਫਿਕਰ ਨਾ ਕਰਿਓ, ਤੇ ਉਹ ਅੱਗੋਂ ਬੈਠਾ ਜਿਹੜਾ ਉਹ ਸਰਨੇਮ ਯੂਜ਼ ਨਹੀਂ ਕਰਦਾ, ਉਹ ਉਹਨੂੰ ਪੁੱਛਦਾ ਹੀ ਨਹੀਂ ਵੀ ਇਹ ਗੱਲ ਤੁਸੀਂ ਕਿਵੇਂ ਕਹਿਤੀ। ਉਹ ਉਹਨੂੰ ਪੁੱਛਦਾ ਇਹ ਗੱਲ ਤੁਸੀਂ ਕਿਵੇਂ ਕਹਿਤੀ, ਉਹ ਕਹਿੰਦਾ ਜੀ ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ, ਸੀਐਮ ਕਹਿੰਦੀ ਅੱਗੋਂ ਆ ਫਾਰਮਰ ਸੀਐਮ ਕਹਿੰਦੀ ਹੈ, ਹੁਣ ਤੁਸੀਂ ਸਮਝ ਗਏ ਇੱਕੋ ਹੀ ਹੈ ਨਾ। ਸਰਬਜੀਤ ਤੇਰਾ ਨੇ
ਉਹਨੂੰ ਫਿਲਟਰ ਕਰਕੇ ਉਹਨੂੰ ਬੜਾ ਪਿੱਥੀ ਜੀ ਇੱਕ ਲਾਈਨ ਦਿੱਤੀ ਹੈ। ਤੁਸੀਂ ਇੱਕ ਲਾਈਨ ਸੁਣਾਉਂਦੇ ਹੁੰਦੇ ਹੋ ਕਿ ਪੰਜਾਬ ਵਿੱਚ ਕਿਹੜੀ ਧਿਰ ਤੇ ਕਿਹੜੀ ਧਿਰ ਮਿਲ ਕੇ ਕਿਹੜੀ ਧਿਰ ਦਾ ਸੀਐਮ ਬਣਾਉਂਦੀ ਹੈ। ਨਹੀਂ, ਮੈਂ ਇੱਥੇ ਸੀਗੇ ਡਾਕਟਰ ਪ੍ਰਮੋਦ, ਉਹਨਾਂ ਦਾ ਹੀ ਮੈਂ ਉਹਨਾਂ ਨੂੰ ਉਹਨਾਂ ਦਾ ਜੁਮਲਾ ਹੈ। ਹਾਂ, ਉਹਨਾਂ ਨੂੰ ਕੋਟ ਕਰਦਾ ਨਾ, ਕਹਿੰਦੇ ਜੀ ਪੰਜਾਬ ਦੇ ਜਿਹੜੇ ਹੈਗੇ ਆ ਸ਼ਡਿਊਲ ਕਾਸਟ ਔਰ ਹਿੰਦੂ ਇਹ ਰਲ ਕੇ ਫੈਸਲਾ ਕਰਦੇ ਆ ਕਿ ਕਿਹੜਾ ਜੱਟ ਚੀਫ ਮਿਨਿਸਟਰ ਅਗਲੀ ਵਾਰੀ ਬਣੂਗਾ। ਸੋ ਜੱਟ ਇਸ ਕਰਕੇ ਨਾਉਂ ਸੀ, ਇਸ ਕਰਕੇ ਪਤਾ ਸੀ ਸਭ ਕਿ ਉਹ ਕਿਹਦੀ ਗੱਲ ਕਰ ਰਹੇ ਨੇ। ਨਹੀਂ, ਜੱਟ ਤਾਂ ਆਪ ਬਣਾਉਂਦੇ ਨਹੀਂ, ਜੱਟ ਤਾਂ ਇੰਨੀਆਂ ਢੇਰੀਆਂ 'ਚ ਵੰਡੇ ਹੋਏ ਨੇ ਤੇ ਉਹ ਆਪ ਦੇ ਵਿੱਚ ਜੱਟ ਤਾਂ ਜੱਟ ਨੂੰ ਬਰਦਾਸ਼ਤ ਹੀ ਨਹੀਂ ਕਰਦਾ, ਦੂਜੇ ਬਣਾਉਂਦੇ ਨੇ ਉਹਨਾਂ ਨੂੰ। ਬਟ ਦੈਨ ਜੇ ਆਪਾਂ ਨੂੰ ਇਹ ਪਤਾ ਹੈ ਤਾਂ ਫਿਰ ਪੋਲਿਟਿਕਸ ਦੇ ਵਿੱਚ ਇਹ ਬਹਿਸ ਕਿਹੜੀ ਧਿਰ ਛੇੜੇਗੀ ਕਿ ਪੰਜਾਬ ਦੀ ਰੂਰਲ ਪਾਪੂਲੇਸ਼ਨ ਦੇ ਵਿੱਚ 3.2% ਗ੍ਰੈਜੂਏਟ ਨੇ ਟੋਟਲ। ਰੂਰਲ ਪਾਪੂਲੇਸ਼ਨ ਦੇ ਯੂਥ ਦਾ 3% ਗ੍ਰੈਜੂਏਸ਼ਨ ਕਰਦੇ ਨੇ, 31% ਇਲਿਟਰੇਟ ਨੇ, ਅੱਖਰ ਗਿਆਨ ਤੋਂ ਵੀ ਕੋਰੇ ਨੇ। 1.25 ਕਰੋੜ ਜਨਤਾ ਪੰਜਾਬ ਦੀ ਪਿੰਡਾਂ ਵਿੱਚ ਰਹਿੰਦੀ ਹੈ। ਨੈਸ਼ਨਲ ਲੈਵਲ ਤੇ 22% ਜਿਹੜੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ ਨੇ, ਉਹਦੇ ਚੋਂ 22% ਜਿਹੜੇ ਨੇ ਹਾਊਸ ਹੋਲਡ ਫੈਮਲੀਜ਼ ਉਹ ਲੈਂਡਲੈਸ ਨੇ। ਪੰਜਾਬ ਦੇ ਵਿੱਚ ਇਹ ਗਿਣਤੀ 45% ਹੈ, 45% ਪਲੱਸ ਲੈਂਡਲੈਸ ਨੇ। 38.68 ਲੱਖ ਹਾਊਸ ਹੋਲਡ ਨੇ ਰੂਰਲ ਪੰਜਾਬ ਦੇ ਵਿੱਚ, ਤੇ ਤੁਸੀਂ ਸੋਚੋ ਉਹਦਾ 45% ਜੇ ਲੈਂਡਲੈਸ ਹੈ, ਉਹਦੇ ਚੋਂ 30% ਜਿਹੜਾ ਉਹ ਕਲਟੀਵੇਸ਼ਨ ਦੇ ਉੱਤੇ ਡਿਪੈਂਡ ਕਰਦਾ, ਜਿਹੜਾ ਬਾਕੀ 48% ਹੈ, ਲਗਭਗ ਅੱਧਾ ਸਾਡਾ ਪਿੰਡ ਦੀ ਪੰਜਾਬ ਉਹ ਆਪਣਾ ਸਰੀਰ ਵੇਚਦਾ। ਮੈਂ ਦਿਹਾੜੀ ਕਰਦਾ, ਖਾਲ ਪਟਦਾ, ਹਰ ਵੇਲੇ ਮਜ਼ਦੂਰੀ ਲਈ ਤਿਆਰ ਰਹਿਣਾ, ਮਨਰੇਗਾ ਦੀ ਲਾਈਨ ਵਿੱਚ ਲੱਗਾ ਰਹਿਣਾ, ਤੇ ਮੇਰੇ ਵਿੱਚੋਂ ਸਾਰਿਆਂ ਕੋਲ ਪਰਾਡੋ ਵਾਲੇ ਵਾਂਗ ਇੱਕ ਵੋਟ ਹੈ, ਪਾਵਰ ਬਰਾਬਰ ਦੀ ਪਾਵਰ ਹੈ। ਹੁਣ ਮੇਰੀ ਸਿਆਸਤ ਕਿਸ ਨੇ ਕਰਨੀ ਹੈ? ਉਹਦੀ ਸਿਆਸਤ ਉਦੋਂ ਤੱਕ ਨਹੀਂ ਹੋ ਸਕਦੀ ਜਦੋਂ ਤੱਕ ਉਹਦੇ ਕੋਲ ਪਾਵਰ ਦਾ ਉਹ ਡੈਫੀਨੇਸ਼ਨ ਨਹੀਂ ਹੈ ਜਿਹਨੂੰ ਅਸੀਂ ਆਪਦੇ ਸਮਾਜ ਵਿੱਚ ਪਾਵਰ ਮੰਨਦੇ ਹਾਂ। ਮਸਲ ਪਾਵਰ, ਮਨੀ ਪਾਵਰ ਨੂੰ ਇਹ ਜੋ ਸਰਬਜੀਤ ਜੀ ਕਹਿ ਰਹੇ ਨੇ, ਉਹ ਕਾਰਪੋਰੇਟ ਅਦਾਰੇ ਉਸ ਮਨੀ ਪਾਵਰ ਨੂੰ ਫੀਡ ਜ਼ਰੂਰ ਕਰਦੇ ਨੇ, ਬਟ ਜੇ ਅਸੀਂ ਉਸ ਚੀਜ਼ ਨੂੰ ਪੰਜਾਬ ਦੇ ਕਲਚਰ ਦੇ ਵਿੱਚ ਪਾਵਰ ਦੀ ਡੈਫੀਨੇਸ਼ਨ ਮੰਨਦੇ ਹਾਂ, ਜਿਹੜਾ ਅਮੀਰ ਹੈ ਸਾਡੇ ਲਈ ਉਹ ਪਾਵਰਫੁਲ ਹੈ, ਜਿਹੜਾ ਪੜ੍ਹਿਆ ਲਿਖਿਆ ਹੈ ਉਹ ਪਾਵਰਫੁਲ ਨਹੀਂ ਹੈ। ਇਹ ਜਿਹੜਾ ਸਾਡਾ ਮਟੀਰੀਅਲਿਸਟਿਕ ਕਲਚਰ ਵੱਲ ਬਹੁਤ ਜ਼ਿਆਦਾ ਖਿੱਚ ਹੈ ਨਾ, ਉਹਦਾ ਇੱਕ ਰਿਫਲੈਕਸ਼ਨ ਇਹ ਹੈ ਕਿ ਪਾਵਰ ਦੀ ਸਾਡੀ ਡੈਫੀਨੇਸ਼ਨ ਹੀ ਹੋਵੇ ਤੇ ਕੋਈ ਔਕਵਰਡਨੈਸ ਨਹੀਂ ਹੈ। ਬ੍ਰੇਕ ਨਹੀਂ ਰੁਕਦਾ, ਪਰ ਤੋਂ ਵਾਪਸ ਆ ਕੇ ਤੁਹਾਨੂੰ ਪੁੱਛਦਾ ਵੀ ਜਦੋਂ ਮਜਬੂਰੀ ਸਿਰ ਤੇ ਆ ਜਾਵੇ, ਮਜਬੂਰੀ ਦਾ ਕਈ ਨਾਮ ਹੁੰਦੇ ਨੇ ਜਿਨ੍ਹਾਂ ਚੋਂ ਇੱਕ ਯਮਰਾਜ ਹੈ। ਜੇ ਉਹ ਸਿਰ ਤੇ ਆ ਜਾਵੇ, ਮੌਤ ਦਰਵਾਜ਼ੇ ਤੇ ਖੜੀ ਹੋਵੇ, ਸਾਹ ਆ ਨਾ ਰਿਹਾ ਹੋਵੇ ਤੇ ਘਰ ਵਾਲੀ ਸਿਲੰਡਰ ਲੈ ਕੇ ਸੜਕ ਤੇ ਭੱਜੀ ਫਿਰਦੀ ਹੋਵੇ, ਟੀਵੀ ਲਾਓ ਤੇ ਲਾਸ਼ਾਂ ਦੀਆਂ ਫੋਟੋਆਂ ਆ ਰਹੀਆਂ ਹੋਣ, ਉਸ ਵੇਲੇ ਜਿਹੜਾ ਸਵਾਲ ਪੁੱਛਣਾ ਉਹ ਤਾਂ ਸਭ ਤੋਂ ਜ਼ਰੂਰੀ ਸਵਾਲ ਹੋਏਗਾ। ਉਹ ਸਵਾਲ ਪੁੱਛਣ ਤੋਂ ਕਿਉਂ ਖੁੰਝ ਰਹੇ ਹਾਂ? We'll talk about this after this break. ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਪੰਜਾਬ ਦੇ ਵਿੱਚ ਇਲੈਕਸ਼ਨਾਂ ਤੋਂ ਕੁਝ ਸਮਾਂ ਪਹਿਲਾਂ ਸਿਆਸਤ ਜਿਸ ਤਰ੍ਹਾਂ ਦੀਆਂ ਕਰਵਟਾਂ ਲੈ ਰਹੀ ਹੈ, ਜਿਹੜੇ ਇਸ਼ੂਜ਼, ਜਿਹੜੇ ਮੁੱਦੇ ਉਹ ਸੁੱਟ ਰਹੀ ਹੈ ਜਨਤਕ ਪਿੜ ਦੇ ਵਿੱਚ, ਤੇ ਜਿਹੜੇ ਮੁੱਦੇ ਉਹਦੇ ਥੱਲੇ ਦੱਬੇ ਜਾ ਰਹੇ ਨੇ। ਦੋਨਾਂ ਦੀ ਨਿਸ਼ਾਨਦੇਹੀ ਬਾਰੇ ਸਾਡੇ ਨਾਲ ਸਰਬਜੀਤ ਪੰਦੇਰ ਜੀ ਨੇ ਅਤੇ ਹਰੀਸ਼ ਛਾਬੜਾ ਜੀ, ਦੋਨੋਂ ਸੀਨੀਅਰ ਪੱਤਰਕਾਰ ਨੇ। ਸਰਬਜੀਤ ਜੀ, ਮਤਲਬ ਜੇ ਮੈਂ ਪੋਲੀਟੀਸ਼ੀਅਨ ਹੋਵਾਂ, ਚੰਗਾ, ਮਾੜਾ, ਇਮਾਨਦਾਰ, ਬੇਈਮਾਨ, ਤਮਾਮ ਤਰ੍ਹਾਂ ਦੀਆਂ ਵੈਰਾਈਟੀਆਂ ਦਾ, ਇੱਕ ਅਰਦਾਸ ਮੈਂ ਜ਼ਰੂਰ ਕਰਾਂਗਾ, ਜੇ ਵਬਾ ਆ ਜਾਵੇ, ਹਜ਼ਾਰਾਂ ਲੋਕ ਮਰ ਜਾਣ, ਲਾਸ਼ਾਂ ਮੇਰੇ ਉੱਥੇ ਹੋਣ, ਹਸਪਤਾਲਾਂ ਦੇ ਵਿੱਚ ਏਡੇ ਏਡੇ ਬਿੱਲ ਆਉਣ, ਜਿਹੜਾ ਅਫੋਰਡ ਕਰ ਸਕਦਾ, ਜਿਹੜਾ ਅਫੋਰਡ ਨਹੀਂ ਕਰ ਸਕਦਾ ਉਹ ਹਸਪਤਾਲਾਂ ਦੇ ਗੇਟਾਂ ਦੇ ਬਾਹਰ ਹੀ ਮਰ ਜਾਵੇ, ਲੋਕ ਘਰਾਂ ਵਿੱਚ ਮਰ ਜਾਣ, ਸੜਕਾਂ ਤੇ ਮਰ ਜਾਣ, ਹਸਪਤਾਲ ਪਹੁੰਚ ਕੇ ਮਰ ਜਾਣ, ਤਾਂ ਮੈਂ ਇਹ ਅਰਦਾਸ ਜ਼ਰੂਰ ਕਰਾਂਗਾ, ਹਾਏ ਰੱਬਾ ਇਲੈਕਸ਼ਨ ਨਾ ਹੋ ਜਾਵੇ ਕਿਤੇ ਇਸ ਵੇਲੇ। ਜੇ ਇਸ ਵੇਲੇ ਇਲੈਕਸ਼ਨ ਹੋ ਗਈ ਤੇ ਰਹੇ ਰੱਬ ਦਾ ਨਾਂ, ਜਿਹੜੇ ਸਵਾਲ ਲੋਕ ਪੁੱਛਣਗੇ ਮੈਂ ਜਵਾਬ ਕੀ ਦਿਆਂਗਾ? ਲੋਕੀ ਕਹਿਣਗੇ ਭਾਈ ਜਿਹਦਾ ਕੋਈ ਗਿਆ ਮਿੱਤਰ ਪਿਆਰਾ, ਉਹ ਤੇ ਕਹੇਗਾ ਕਿ ਤੁਹਾਡੀ WHO ਕਹਿੰਦੀ ਹੈ ਕਿ 1000 ਪਿੱਛੇ ਇੱਕ ਡਾਕਟਰ ਹੋਣਾ ਚਾਹੀਦਾ, ਤੇ ਬਿਹਾਰ 'ਚ ਇਲੈਕਸ਼ਨ ਆ ਜਾਵੇ ਤੇ ਉਹ ਕਹਿਣ ਜੀ 22000 ਪਿੱਛੇ, ਸੌਰੀ ਹੈ ਬਿਹਾਰ 'ਚ, ਮੈਂ ਤਰੱਕੀ ਕਰਨ ਲੱਗਾ ਸੀ, 42000 ਪਿੱਛੇ ਇੱਕ ਡਾਕਟਰ ਹੈ, ਤੇ ਦਿੱਲੀ ਜਿਹੜਾ ਕੇਜਰੀਵਾਲ ਸਾਹਿਬ ਦਾ ਮਾਡਲ ਹੈ ਉੱਥੇ 2200 ਲੋਕਾਂ ਪਿੱਛੇ ਇੱਕ ਡਾਕਟਰ ਹੈ, ਤੇ WHO ਕਹਿੰਦੀ ਹੈ 1000 ਪਿੱਛੇ। ਤੇ ਮੈਨੂੰ ਐਂ ਜਾਪੇਗਾ ਜੇ ਇਲੈਕਸ਼ਨ ਆ ਗਈ ਹੈ ਤਾਂ ਸਾਡੇ ਤੇ ਹਰੇਕ MLA ਨੂੰ, ਤੇ ਜਿਹਦੀ ਕੋਈ ਇੱਛਾ ਕੌਂਸਲਰ ਬਣਨ ਦੀ ਵੀ ਹੈ ਨਾ ਮੁਹੱਲੇ ਦਾ, ਉਹਦੇ ਕੋਲ ਵੀ ਡਾਟਾ ਇੱਦਾਂ ਹੋਏਗਾ ਕਿ ਜੀ ਪੰਜਾਬ ਦੇ ਵਿੱਚ 1000 ਪਿੱਛੇ ਇੰਨੇ ਡਾਕਟਰ ਨੇ, ਮੇਰੇ ਏਰੀਆ ਵਿੱਚ ਇੰਨੇ ਨੇ, ਮੇਰੇ ਜ਼ਿਲ੍ਹੇ ਵਿੱਚ ਇੰਨੇ ਨੇ, ਇੰਨੇ ਅਸੀਂ ਮੈਡੀਕਲ ਕਾਲਜ ਬਣਾ ਰਹੇ ਹਾਂ, ਇੰਨੇ ਅਸੀਂ ਡਾਕਟਰ ਹੋਰ ਬਣਾ ਰਹੇ ਹਾਂ। ਟੋਟਲ ਹਿੰਦੁਸਤਾਨ ਦੇ ਵਿੱਚ ਮਿਲੀਅਨ ਪਲੱਸ ਡਾਕਟਰ ਹੈਗੇ ਨੇ, 10 ਲੱਖ ਪਲੱਸ, 11 ਲੱਖ ਦੇ ਆਸ-ਪਾਸ ਡਾਕਟਰ ਨੇ, ਤੇ ਜਿਹਦੇ ਚੋਂ 1.25 ਲੱਖ, ਲੈਸ ਦੈਨ 1.25 ਲੱਖ, 1.1 ਲੱਖ ਜਿਹੜੇ ਨੇ ਉਹ ਸਰਕਾਰੀ ਖੇਤਰ ਦੇ ਵਿੱਚ ਨੇ, 1.2 ਲੱਖ ਆਸਟ੍ਰੇਲੀਆ, ਕੈਨੇਡਾ, ਦੂਸਰੇ ਦੇਸ਼ਾਂ ਵਿੱਚ ਕੰਮ ਕਰ ਰਹੇ ਨੇ। ਯਾਨੀ ਜਿੰਨੇ ਸਰਕਾਰੀ ਖੇਤਰ 'ਚ ਨੇ ਉਨੇ ਅਸੀਂ ਬਾਹਰਲੇ ਮੁਲਕਾਂ 'ਚ ਐਕਸਪੋਰਟ ਕਰ ਦਿੱਤੇ ਨੇ, ਤੇ ਮੇਰੇ ਬੱਚੇ ਮਰ ਰਹੇ ਨੇ। ਤੇ ਇੱਥੇ ਸਿਆਸਤ ਤੇ ਜਿਹੜੇ ਔਖੇ ਸਵਾਲ ਪੁੱਛਣੇ ਹੋਣਗੇ, ਹੁਣ ਤਾਂ ਸਾਡੇ ਲੋਕ ਮਰ ਗਏ, ਹੁਣ ਤਾਂ ਬੰਦੇ ਚਲੇ ਗਏ, ਹੁਣ ਤਾਂ ਲਾਸ਼ਾਂ ਜਾਂ ਸਾੜ ਆਏ, ਜਾਂ ਸੁੱਟ ਆਏ, ਜਾਂ ਰੇਤੇ 'ਚ ਦਬਾ ਆਏ, ਜਾਂ ਦਰਿਆ 'ਚ ਵਹਾ ਆਏ। ਹੁਣ ਜਿਹੜੇ ਸਵਾਲ ਪੁੱਛਣੇ ਸੀ
ਉਹ ਪੁੱਛਣ ਤੋਂ ਲੋਕ ਟਲਣਗੇ ਇਸ ਵਾਰੀ? ਇਹ ਚੱਲ ਜਾਏਗਾ ਇਸ ਵਾਰੀ ਕਿ ਜੀ ਉਹ ਬੀਐਸਪੀ ਪਲੱਸ ਅਕਾਲੀ ਦਲ ਦੇ ਵੋਟ ਕਿੰਨੇ ਹੋ ਗਏ, ਕਿ ਜੀ ਕੇਜਰੀਵਾਲ ਢੀਂਡਸਾ ਸਾਹਿਬ ਕਿੰਨਾ ਕੁ ਨੁਕਸਾਨ ਪਹੁੰਚਾ ਦੇਣਗੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ, ਕਿ ਜੀ ਇਹ ਅਮਰਿੰਦਰ ਸਿੰਘ ਦੇ ਨਾਲ ਜੇ ਸਿੱਧੂ ਉੱਤੇ ਰਲ ਜਾਂਦਾ ਤਾਂ ਰਲ ਕੇ ਚੱਲਣਗੇ ਕਿ ਇੱਕ ਦੂਜੇ ਦੀ ਲੱਤ ਖਿੱਚਣਗੇ? ਇਹ ਸਵਾਲ ਪੁੱਛਣਗੇ ਲੋਕ, ਕਿ ਲੋਕ ਪੁੱਛਣਗੇ ਉਹ ਸਾਡਾ ਬਾਈ ਮਰ ਗਿਆ, ਯੂ ਹੈਵ ਬਲੱਡ ਔਨ ਯੂਰ ਹੈਂਡਸ, ਤੁਹਾਡੇ ਹੱਥ ਖੂਨ ਚ ਰੰਗੇ ਹੋਏ ਨੇ, ਸਾਨੂੰ ਜਵਾਬ ਚਾਹੀਦਾ। ਵਾਈ ਵਿਲ ਦੈਟ ਕੁਐਸਚਨ, ਉਹ ਕਿਉਂ ਨਹੀਂ ਆਣਗੇ ਸਵਾਲ? ਐਸਪੀਓ ਨੇ ਗੱਲ ਇਹ ਦੇਖਣ ਦੀ ਆ, ਇਹ ਸਵਾਲ ਆਉਣਗੇ ਜ਼ਰੂਰ, ਆਣਗੇ ਨਾ, ਬਿਲਕੁਲ ਇਹ ਆਉਣੇ ਸ਼ੁਰੂ ਹੋ ਗਏ ਨੇ। ਹੁਣ ਅੱਜ ਇੱਕ ਮੰਤਰੀ ਨੂੰ ਲੋਕਾਂ ਨੇ ਘੇਰਿਆ ਹੋਇਆ ਵੀ ਤੂੰ ਇਹ ਦੱਸ ਬਈ ਤੁਹਾਡਾ ਬਈ ਆਪਣੀਆਂ ਵੀਡੀਓ ਚੱਲ ਰਹੀਆਂ ਨੇ ਉਹਦੇ ਤੇ, ਲੋਕਾਂ ਨੇ ਆਪਣੇ ਆਪ ਘੇਰਿਆ ਔਰ ਉਹਨੂੰ ਕਹਿ ਰਹੇ ਨੇ ਵੀ ਜਿਹੜਾ ਤੁਹਾਡਾ ਮੈਨੀਫੈਸਟੋ ਸੀ ਸਾਰਾ ਇੰਪਲੀਮੈਂਟ ਹੋ ਗਿਆ। ਉਹ ਕਹਿੰਦਾ ਹਾਂਜੀ ਮੁਕੰਮਲ ਹੋ ਗਿਆ। ਉਹ ਫਿਰ ਉਹ ਗਿਣਾਉਂਦੇ ਨੇ ਵੀ ਤੁਸੀਂ ਕਿਹੜੇ ਕਿਹੜੇ, ਐਂਡ ਉਹਦੇ ਵਿੱਚ ਵੀ ਗੁਟਕੇ ਦੀ ਸਹੁੰ ਖਾ ਕੇ ਲੱਕ ਵੀ ਨਸ਼ੇ ਦਾ ਲੱਕ ਤੋੜਨ ਵਾਲੀ ਗੱਲ ਨਹੀਂ ਹੈ ਉਹਦੇ ਚ। ਉਹ ਚ ਕਹਿੰਦੇ ਘਰ ਘਰ ਰੁਜ਼ਗਾਰ ਸਾਨੂੰ ਕਹਿੰਦੇ ਮਿਲ ਗਿਆ, ਕਹਿੰਦੇ ਜਿਹੜੀ ਹੈਗੀ ਆ ਸਿਹਤ ਸਹੂਲਤਾਂ ਸਾਨੂੰ ਮਿਲ ਗਈਆਂ, ਜਿਹੜੇ ਸ਼ਡਿਊਲ ਕਾਸਟ ਦੇ ਜਿਹੜੇ ਸਕਾਲਰਸ਼ਿਪ ਸੀ ਸਾਨੂੰ ਮਿਲ ਗਏ, ਔਰ ਉਹ ਗਿਣਤੀ ਵੱਧਦੀ ਤੁਰੀ ਜਾਂਦੀ। ਹੁਣ ਜਿਹੜੀ ਮੈਂ ਉਹ ਗੱਲ ਕਰ ਰਿਹਾ, ਜਿਹੜਾ ਕਿਸਾਨੀ ਕੋਲ ਜਿਹੜਾ ਦਿੱਲੀ ਦੀਆਂ ਬਰੂਹਾਂ ਤੇ ਬੈਠਾ, ਉਹ ਜਿਹੜਾ ਉਹ ਇਸ ਵੇਲੇ ਸਿਆਸੀ ਬਦਲ ਦੇਗਾ ਕਿ ਸਿਆਸਤ ਦੇ ਵਿੱਚ ਬਦਲ ਦੇਗਾ। ਹੋ ਸਕਦਾ ਐਤਕੀ ਆਉਣ ਵਾਲੀਆਂ 2022 ਦੀਆਂ ਚੋਣਾਂ ਦੇ ਵਿੱਚ ਉਹ ਉਨੀ ਤਰ੍ਹਾਂ ਰਿਫਲੈਕਟ ਨਾ ਹੋਵੇ। ਮੈਂ ਇਹਦੇ 'ਚ ਨਹੀਂ ਕਹਿੰਦਾ ਕਿ ਉਹ ਜਿਹੜੇ ਵਾਪਸ ਉੱਥੇ ਮੁੜਨਗੇ ਸਿਰਫ ਕਿਸਾਨ ਹੀ ਹੋਣਗੇ, ਜਾਂ ਜਿਹੜੀ ਪਾਰਟੀ 'ਚ ਵੀ ਵਾਪਸ ਜਾਣਗੇ। ਜੇ ਕੋਈ ਕਾਂਗਰਸੀ ਉੱਥੋਂ ਜਾ ਕੇ ਆਇਆ, ਹੀ ਵਿਲ ਬੀ ਅ ਡਿਫਰੈਂਟ ਪਰਸਨ, ਬਿਲਕੁਲ ਉਹਨੂੰ ਆਪਣੀ ਹੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਉਹਦੇ ਤੇ ਬੇਸ਼ੱਕ ਉਹ ਉੱਠ ਕੇ ਅੱਜ ਸਵਾਲ ਨਾ ਕਰੇ, ਕਿਸੇ ਨਾ ਕਿਸੇ ਦਿਨ ਉਹ ਉੱਠ ਕੇ ਉਹਨੇ ਸਵਾਲ ਆਪਣੀ ਪਾਰਟੀ ਲੀਡਰਸ਼ਿਪ ਤੇ ਕਰੇਗਾ ਵੀ ਤੁਹਾਡੇ ਫੈਸਲੇ ਹੋ ਕਿਵੇਂ ਰਹੇ। ਕਾਂਗਰਸ ਵਾਲਾ ਕਹੂਗਾ ਜੀ ਉੱਠ ਕੇ, ਜਿਹੜਾ ਉਹ ਇਤਿਹਾਸਿਕ ਕੱਢੂਗਾ ਜੀ ਵੀ ਮੇਰੀ ਪਾਰਟੀ ਤਾਂ ਇਹ ਸੀਗੀ, ਤੁਸੀਂ ਬਣਾ ਕੀ ਦਿੱਤੀ। ਬਿਲਕੁਲ। ਔਰ ਉਸੇ ਤਰ੍ਹਾਂ ਅਕਾਲੀ ਦਲ ਦਾ ਵੀ ਕਹੂਗਾ ਜੀ ਅਕਾਲੀ ਦਲ ਜਿਹੜਾ 1920 ਵਾਲਾ ਅਕਾਲੀ ਦਲ ਸੀਗਾ ਜੀ, ਉਹਨੇ ਜਿਹਨੇ ਇੰਨੀਆਂ ਕੁਰਬਾਨੀਆਂ, ਤੁਹਾਡੀ ਗਲੋਰੀਅਸ ਸਟਰਗਲਸ ਹੈ, ਤੁਹਾਨੂੰ ਸ਼ੀਸ਼ਾ ਦਿਖਾਉਣ ਲਈ ਤਾਂ ਤੁਹਾਡੀਆਂ ਹੀ ਗਲੋਰੀਅਸ ਸਟਰਗਲਸ ਹੈ, ਬਿਲਕੁਲ ਐਮਰਜੈਂਸੀ ਤੱਕ ਤੁਹਾਡਾ ਹੀ ਇਤਿਹਾਸ ਹੈ, ਤੁਸੀਂ ਕੀ ਕੀਤਾ ਹੋਇਆ, ਬਿਲਕੁਲ ਐਮਰਜੈਂਸੀ ਤੱਕ। ਫਿਰ ਉਸ ਤੋਂ ਬਾਅਦ ਚੋਂ ਵੀ ਜਿਹੜਾ ਆਪਣਾ ਬਾਅਦ ਚੋਂ ਧਰਮ ਯੁੱਧ ਮੋਰਚਾ ਵੀ ਲੱਗਦਾ, ਉਹਦੇ ਵਿੱਚ ਵੀ ਤੁਸੀਂ ਦੇਖੋ ਉਹ ਸਾਰੇ ਕਹਿਣਗੇ ਵੀ ਅਸੀਂ ਇਹਦੇ ਵਾਸਤੇ ਖੜੇ ਸੀ। ਹੁਣ ਇਹ ਕਿਸੇ ਟਾਈਮ ਇਸ ਵਾਲੀਆਂ ਚੋਣਾਂ 'ਚ ਨਾ ਸਹੀ, ਆਉਣ ਵਾਲੇ, ਮੈਨੂੰ ਪੂਰੀ ਉਹਦੇ 'ਚ ਆਸ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਨਾ ਕਿਸੇ ਟਾਈਮ ਤੇ ਲੋਕਾਂ ਨੇ ਹੀ ਆਪਣੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹਨਾਂ ਨੂੰ ਮਜਬੂਰ ਕਰਨਾ ਵੀ ਲਿਆਓ ਜੀ ਹੁਣ ਆਈਡੀਓਲੋਜੀਕਲ ਬੇਸਿਸ ਦੇ ਉੱਤੇ ਜਾਂ ਪ੍ਰੋਗਰਾਮ ਡਰਿਵਨ ਜਿਹੜੀ ਸਿਆਸਤ ਹੈ ਵੀ ਅਸੀਂ ਆਹ ਸਾਡਾ ਟੀਚਾ, ਅਸੀਂ ਇਹਦੇ ਵਾਸਤੇ ਕੰਮ ਕਰਨਾ, ਉਹਦੇ ਉੱਤੇ ਮਜਬੂਰ ਕਰਨ ਦਾ ਕੋਈ ਬੜਾ ਟਾਈਮ ਨਹੀਂ ਰਿਹਾ, ਇਹ ਆਉਣਾ ਹੀ ਪੈਣਾ। ਔਰ ਜਿਸ ਤਰ੍ਹਾਂ ਦੁਨੀਆ ਦੇ ਉੱਤੇ ਵੀ ਹੈ ਜਿਹੜੀ ਗਲੋਬਲਾਈਜੇਸ਼ਨ ਦੇ ਖਿਲਾਫ ਜਿਹੜੀ ਹੁਣ ਇੱਕ ਮੁਹਿੰਮ ਸ਼ੁਰੂ ਹੋਣੀ ਸ਼ੁਰੂ ਹੋਈ, ਈਵਨ USA ਦੇ ਵਿੱਚ ਤੁਸੀਂ ਦੇਖਦੇ ਹੋ ਲੋਕੀ ਉਹਨਾਂ ਨੂੰ ਲੈਫਟਿਸਟ ਕਹਿਣਾ ਸ਼ੁਰੂ ਕਰ ਦਿੰਦੇ ਨੇ। ਜੇ ਬਰਨੀ ਸੈਂਡਰਸ ਖੜ ਕੇ ਉਹ ਗੱਲ ਕਰਦਾ, ਉਹਨੂੰ ਕਹਿੰਦੇ ਜੀ ਕਮਿਊਨਿਸਟ ਹੈ। ਜੀ ਜੀ, ਅੱਛਾ ਸਾਡੇ ਵੀ ਨਾ ਬਾਈ ਜੋ ਬਾਈਡਨ ਅੱਜ ਕੱਲ ਕਮਿਊਨਿਸਟ ਹੋਇਆ ਕਿ ਨਹੀਂ ਹੈ? ਪੂਰੀਆਂ ਸਰਕਾਰ ਤੁਹਾਨੂੰ ਦੇਖ ਕੇ ਨਹੀਂ ਲੱਗਦਾ ਉਹਦੇ ਸਾਰੇ ਕੰਮ ਵੀ ਸਰਕਾਰ ਤੇ ਕਾਮਰੇਡਾਂ ਦੀ ਜਿਵੇਂ ਚੱਲ ਰਹੀ ਹੋਈ ਹੈ? ਤੇ ਉਸੇ ਤਰ੍ਹਾਂ ਸਾਡੇ ਹੁਣ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਤੇ ਵੀ ਇੱਕ ਜਿਹੜਾ ਟ੍ਰੈਂਡ ਹੈ ਨਾ ਵੀ ਅਸੀਂ ਵੀ ਜੇ ਕੋਈ ਗੱਲ ਅਕਲ ਦੀ ਕਰੂਗਾ ਤੇ ਉਹਨੂੰ ਗਾਲਾਂ ਹੀ ਕੱਢਣੀਆਂ ਨੇ, ਜਾਂ ਤਾਂ ਉਹਦੀ ਰਿਸ਼ਤੇਦਾਰੀ ਕੱਢ ਦਿਓ ਜਾਂ ਉਹਨੂੰ ਕਾਮਰੇਡ ਕਹਿ ਦਿਓ। ਦਿਸ ਵਿਲ ਚੇਂਜ, ਦਿਸ ਵਿਲ ਚੇਂਜ। ਆਈ ਥਿੰਕ ਸਰਬਜੀਤ ਹੈਜ਼ ਪੁੱਟ ਇਟ ਇਨ ਅ ਮਚ ਬੈਟਰ ਵੇ। ਮੈਂ ਐਕਚੁਅਲੀ ਜਿਹੜੀ ਗੱਲ ਤੁਹਾਨੂੰ ਕੋਸ਼ਿਸ਼ ਕਰ ਰਿਹਾ ਸੀ ਵਾਰ-ਵਾਰ ਕਹਿਣ ਦੀ, ਇੱਕ ਚੀਜ਼ ਹੁੰਦੀ ਹੈ ਕਿ ਕੁਝ ਡਰਾਮੈਟਿਕ ਹੋ ਜਾਵੇ, ਵਿਚ ਮੀਨਸ ਕੋਈ ਪਾਰਟੀ ਕਿਸਾਨ ਅੰਦੋਲਨ ਅੱਗੇ ਗੋਡੇ ਟੇਕ ਦੇਵੇ ਤੇ ਕਵੇ ਲੋ ਜੀ 25 ਉਮੀਦਵਾਰ ਸਾਨੂੰ ਤੁਸੀਂ ਦਿਓ, ਜਾਂ ਉਹ ਪਾਰਟੀ ਬਣਾ ਲੈਣ ਜਾਂ ਉਹ ਪਾਰਟੀ ਇੱਕ ਬਣਾ ਲੈਣ, ਉਹ ਹੈ ਜੀ ਡਰਾਮੈਟਿਕ ਚੇਂਜ। ਸਰਬਜੀਤ ਕਹਿ ਰਹੇ ਨੇ ਇਸ ਚੇਂਜਸ ਨੇ ਤਾਂ ਰੈਵੋਲੂਸ਼ਨਰੀ ਨਹੀਂ ਹੁੰਦੀਆਂ, ਇਹ ਇਵੋਲਵ ਕਰਦੀਆਂ ਨੇ, ਇਹ ਇੱਕ ਐਵੋਲੂਸ਼ਨਰੀ ਚੇਂਜ ਹੈ। ਔਰ ਅਸੀਂ ਦੇਖਿਆ ਕਿ ਜਿਹੜਾ ਉਹ ਸਾਰਾ ਰੂਟ ਅਸੀਂ ਸਟੈਗਨੇਸ਼ਨ ਵਾਲਾ ਦੇਖਿਆ, ਬੜੀ ਖੜੋਤ ਦਾ ਦੇਖਿਆ, ਨਿਮੋ ਝੁਨੀ ਹੋਈ ਜਨਤਾ ਦਾ ਦੇਖਿਆ, ਤੇ ਫਿਰ ਵੇਗ ਵਿੱਚ ਆਈ ਜਨਤਾ ਦਾ ਬੈਰੀਕੇਡਾਂ ਤੋੜ ਕੇ ਉੱਥੇ ਜਾਣਾ ਦੇਖਿਆ। ਫਿਰ ਉੱਥੇ ਉਸ ਅੰਦੋਲਨ ਨੂੰ ਸਿਰਫ ਫਲੈਸ਼ ਮੌਬ ਵਾਂਗ ਨਹੀਂ, ਦਿਲਜੀਤ ਅਮੀਕ ਟਰਮ ਯੂਜ਼ ਕਰਦੇ ਨੇ, ਸਿਰਫ ਫਲੈਸ਼ ਮੌਬ ਵਾਂਗ ਨਹੀਂ, ਉਹਨਾਂ ਨੇ ਸਸਟੇਨ ਕਰਕੇ ਦਿਖਾਇਆ ਅੰਦੋਲਨ ਨੂੰ। ਦੈਟ ਮੀਨਸ ਅੰਦੋਲਨ ਵੀ ਇਵੋਲਵ ਹੋ ਰਿਹਾ। ਤਾਂ ਫਿਰ ਉਹਦੇ ਨਾਲ ਵਬਸਤਾ ਲੋਕ ਵੀ ਤੇ ਜਿਨ੍ਹਾਂ ਦੀ ਸੋਚ, ਅਸੀਂ ਸਭ ਜਿਹੜੇ ਉਹਨੂੰ ਦੂਰੋਂ ਦੇਖ ਰਹੇ ਆ, ਪੜ੍ਹ ਰਹੇ ਆ, ਵਾਚ ਰਹੇ ਆ, ਦੁਨੀਆ ਦੇਸ਼ ਭਰ ਦੇ ਵਿੱਚ ਲੋਕ ਉਸ ਅੰਦੋਲਨ ਵੱਲ ਦੇਖ ਰਹੇ ਨੇ, ਉਹ ਵੀ ਤਾਂ ਇਵੋਲਵ ਹੋਣਗੇ। ਸੋ ਚੇਂਜਸ ਵਿਲ ਕਮ, ਮੇਬੀ ਸਾਰੀਆਂ ਚੇਂਜਸ 2022 ਦੀਆਂ ਇਲੈਕਸ਼ਨਾਂ 'ਚ ਨਾ ਆ ਜਾਣ। ਨਹੀਂ ਹੁਣ ਤੁਸੀਂ ਉਸ ਤੋਂ ਬਾਅਦ ਚੋਂ ਸਾਡੇ ਹੁਣ ਇਸ ਵੇਲੇ ਪੰਜਾਬ 'ਚ ਦੇਖੋ ਤਾਂ ਸਹੀ ਅੰਦੋਲਨ ਚੱਲ ਕਿੰਨੇ ਰਹੇ। ਡਾਕਟਰ ਅੰਦੋਲਨ ਕਰ ਰਹੇ ਆ, ਟੀਚਰ ਅੰਦੋਲਨ ਕਰ ਰਹੇ ਆ, ਸਰਕਾਰੀ ਮੁਲਾਜ਼ਮ ਅੰਦੋਲਨ ਕਰ ਰਹੇ ਆ, ਕਿੰਨੇ। ਮੈਂ ਕਹਿੰਦਾ ਜੀ ਬੱਤੀ ਜਾਏ ਤਾਂ ਹੁਣ ਮੁਹੱਲਾ ਨੈਟਵਰਕ ਦਾ ਕਹਿੰਦੇ ਬਾਹਰ ਆਓ ਤੇ ਸੜਕ ਰੋਕੋ। ਬਿਲਕੁਲ, ਮਤਲਬ ਇਹ ਜਿਹੜੇ ਨੈਟਵਰਕ, ਨਵੇਂ ਨੈਟਵਰਕਸ ਬਣ ਰਹੇ ਨੇ। ਕੁਝ ਜਿਹੜੇ ਟੀਚਰ ਯੂਨੀਅਨ ਵਗੈਰਾ ਦੇ ਜਿਹੜੇ ਪੁਰਾਣੇ ਨੈਟਵਰਕ ਨੇ, ਉਹ ਹੁਣ ਕੁਝ ਤਾਂ ਕਿਉਂਕਿ ਅੰਦੋਲਨ ਥੋੜਾ ਜਿਹਾ, ਅੰਦੋਲਨ ਸ਼ਬਦ ਵੀ ਜ਼ਿਆਦਾ ਵੋਗ ਚ ਆ ਗਿਆ ਤੇ ਅਸੀਂ ਉਹਦੇ ਵੱਲ ਧਿਆਨ ਦੁਬਾਰਾ ਦੇ ਰਹੇ ਹਾਂ। ਕੁਝ ਇਲੈਕਸ਼ਨ ਆ ਰਿਹਾ ਤਾਂ ਦੇ ਰਹੇ ਹਾਂ। ਟੀਚਰਾਂ ਦਾ ਜਿਹੜਾ ਪੂਰਾ ਇਹ ਰੌਲਾ ਬਹੁਤ ਦੇਰ ਦਾ ਚੱਲਦਾ ਆ ਰਿਹਾ, ਕੁਝ ਆਰਗੇਨਾਈਜ਼ਡ ਫੋਰਸ ਨੇ ਤੇ ਉਹਨਾਂ ਦੀ ਇਸ ਕਰਕੇ ਇੱਜ਼ਤ ਵੀ ਕਰਨੀ ਚਾਹੀਦੀ ਹੈ ਕਿ ਉਹ ਆਪਦਾ ਕੰਮ ਕਰਦੇ ਰਹਿੰਦੇ ਨੇ। ਲੇਕਿਨ ਮੈਂ ਇਹ ਗੱਲ ਕਹਿ ਰਿਹਾ ਕਿ ਤੁਹਾਡੀ ਉਸ ਗੱਲ ਨਾਲ ਮੈਂ ਬਿਲਕੁਲ ਡਿਸਐਗਰੀ ਨਹੀਂ ਕਰਦਾ ਕਿ ਜਿਹੜੇ ਇਹੋ ਜਿਹੇ ਅੰਦੋਲਨ ਹੁੰਦੇ ਨੇ ਉਹ ਕੋਈ ਵੀ ਚੇਂਜ ਨਹੀਂ ਲੈ ਕੇ ਆਣਗੇ, ਤਾਂ ਮੈਂ ਵੀ ਨਹੀਂ ਕਹਿ ਸਕਦਾ, ਇਹ ਕਹਿਣਾ ਮੇਰੀ ਬੇਵਕੂਫੀ ਹੋਏਗੀ।
ਲੇਕਿਨ ਪਹਿਲਾਂ ਜਿਹੜੀ ਮੈਂ ਗੱਲ ਇਹ ਕਹੀ ਵੀ ਉਹ ਇਸ ਵਾਰੀ ਆ ਕੇ ਕਿਸ ਆਇਡੈਂਟੀਟੀ ਵਿੱਚ ਆ ਕੇ ਵਾਪਸ ਢਲ ਜਾਏਗਾ, ਉਹ ਆਇਡੈਂਟੀਟੀ ਉਸ ਅੰਦੋਲਨ ਨੇ ਟੋਟਲੀ ਨਹੀਂ ਬਦਲ ਦੇਣੀ। ਆਈ ਡੂ ਨਾਟ ਕੇਅਰ ਇਫ ਹੀ ਆਸਕ ਦਾ ਰਾਈਟ ਕੁਐਸਚਨਸ। ਜੋ ਆ ਕੇ ਪੁੱਛਦਾ ਹੈ ਅੱਛਾ, ਸਰਕਾਰੀ ਹਾਂ, ਹਸਪਤਾਲਾਂ ਦਾ ਬਜਟ ਕਿੰਨਾ ਹੈ, ਹਾਂ। ਮੇਰੇ ਰਜਿੰਦਰਾ ਹਸਪਤਾਲ ਦੇ ਵਿੱਚੋਂ ਨਿਕਲਣ ਵਾਲੀਆਂ ਲਾਸ਼ਾਂ ਦੀ ਗਿਣਤੀ ਬਾਕੀ ਹਸਪਤਾਲਾਂ ਤੋਂ ਇੰਨੇ ਗੁਣਾ ਜ਼ਿਆਦਾ ਕਿਉਂ ਹੈ? ਬਿਲਕੁਲ ਠੀਕ ਹੈ। ਹੁਣ ਜਦੋਂ ਤੱਕ ਉਹ ਸਵਾਲ ਪੁੱਛ ਲੇਗਾ, ਸਵਾਲ ਦਾ ਜਵਾਬ ਉਹਦੇ ਹਿਸਾਬ ਨਾਲ ਆਈਡੀਅਲ ਜਵਾਬ ਕੌਣ ਦੇ ਸਕਦਾ ਹੈ? ਸਰ ਆਈ ਐਮ ਹੈਪੀ। ਨਹੀਂ, ਮੈਂ ਮੇਰੀ- ਫਰਸਟ੍ਰੇਟਡ ਪਬਲਿਕ ਨਾਲ ਜ਼ਿਆਦਾ ਖੁਸ਼ ਹਾਂ। ਉਹ ਫਰਸਟ੍ਰੇਟਡ ਹੋਏਗੀ ਤਾਂ ਹੋਰ ਜਵਾਬ ਲੱਭੇਗੀ, ਮੈਂ ਇਹ ਕਹਿ ਨਹੀਂ ਰਿਹਾ ਤਾਂ ਜਵਾਬ ਦੇਣ ਵਾਲੇ ਨੂੰ ਬਦਲੇਗੀ। ਸਟਰਕਚਰਲੀ ਜਵਾਬ ਲੱਭਣ ਵਾਲਾ ਉਹ ਜਿਹਾ ਹੀ ਹੋਰ ਲਿਆਏਗੀ ਜਿਨ੍ਹਾਂ ਕੋਲੋਂ ਪਹਿਲਾਂ ਇਹ ਸਵਾਲ ਨਹੀਂ ਪੁੱਛਦੀ ਸੀ। ਉਹ ਬੰਦੇ ਦਾ ਕਰੈਕਟਰ ਉਹੀ ਹੋਏਗਾ। ਹਾਂ, ਉਹ ਉੱਤੋਂ ਗੱਲ ਉਹ ਕਰੇਗਾ, ਲੇਕਿਨ ਜਦੋਂ ਤੁਸੀਂ ਉਹਨੂੰ ਧਿਆਨ ਨਾਲ ਵੇਖੋਗੇ ਤਾਂ ਉਹਦਾ ਹੀ ਇੱਕ ਹੋਰ ਰੂਪ ਹੈ ਜਿਹੜਾ ਪਹਿਲਾਂ ਲੀਡਰਸ਼ਿਪ ਸਾਡੀ ਚੱਲਦੀ ਆ ਰਹੀ ਹੈ। ਉਹ ਚੇਂਜ ਨਹੀਂ ਹੋਏਗਾ ਕਿਉਂਕਿ ਸਾਡੀ ਜਿਹੜੀ ਸਮਾਜਿਕ ਸਟਰਕਚਰ ਹੈ ਉਹ ਚੇਂਜ ਨਹੀਂ ਹੋਏਗੀ। ਸਿਰਫ ਸਵਾਲ ਆ ਗਏ, ਸਮਝ ਲਓ ਸਿਹਤ ਦੇ ਸਵਾਲ ਆ ਗਏ, ਪਾਵਰ ਦਾ ਸਵਾਲ ਚੱਲ ਰਿਹਾ ਹੈ, ਪਿਛਲੇ ਕੁਝ ਦਿਨਾਂ ਤੋਂ ਕੱਟ ਲੱਗ ਰਹੇ ਹੈ। ਉਹੀ ਬੰਦਾ ਜਿਹੜਾ ਆਪਦੇ ਆਪ ਨੂੰ ਥਰਡ ਪਰਸਨ ਚ ਰੈਫਰ ਕਰਕੇ ਇੰਜ ਲੱਗਦਾ ਹੈ ਕਿ 1980s ਦਾ ਕੋਈ ਮਾੜਾ ਤੀੜਾ ਵਿਲਨ ਪਲੱਸ ਹੀਰੋ ਐਂਟੀ ਹੀਰੋ ਟਾਈਪ ਕੋਈ ਆ ਗਿਆ ਹੁੰਦਾ ਹੈ। ਉਹ ਕਿੰਨੀ ਪੁਰਾਣੀ ਚੀਜ਼ ਲੱਗਦੀ ਹੈ ਜਦੋਂ ਤੁਸੀਂ ਉਹਨੂੰ ਵੇਖਦੇ ਆ, ਤੇ ਉਹ ਸਾਨੂੰ ਫੂਹੜ ਵੀ ਲੱਗਦੀ ਹੈ ਕਿਸੇ ਨੂੰ। ਮੈਨੂੰ ਤਾਂ ਜ਼ਰੂਰ ਲੱਗਦੀ ਹੈ ਕਿ ਯਾਰ ਇਹ ਕਿੰਨੀ ਪੁਰਾਣੀ ਜਿਹੇ ਤਰੀਕੇ ਨਾਲ ਗੱਲ ਕਰਦਾ ਹੈ, ਲੋਕਾਂ ਦੀ ਗੱਲ ਨਹੀਂ ਕਰਦਾ, ਆਪਦੀ ਚੜ੍ਹਤ ਜ਼ਿਆਦਾ ਕਰਦਾ। ਲੇਕਿਨ ਜਦੋਂ ਮੌਕਾ ਆਉਂਦਾ ਵੀ ਹੁਣ ਕੱਟ ਲੱਗੇ ਹੈ ਤਾਂ ਉਹ ਫਟਾਫਟ ਆਪਦੀ ਉਸੇ ਗੱਲ ਨੂੰ ਟਰਾਂਸਲੇਟ ਕਰਕੇ ਲੋਕਾਂ ਦਾ ਲੀਡਰ ਵੀ ਬਣ ਜਾਂਦਾ ਹੈ। ਅਗਲੇ ਦਿਨ ਫਿਰ ਉਹ ਆਪਦੇ ਆਪ ਨੂੰ ਥਰਡ ਪਰਸਨ ਚ ਰੈਫਰ ਕਰਦਾ ਹੈ। ਤਾਂ ਕਿਤੇ ਇਹ ਤਾਂ ਨਹੀਂ ਹੋਏਗਾ ਕਿ ਉਹ ਸਵਾਲਾਂ ਨੂੰ ਐਡਰੈਸ ਤਾਂ ਕਰੇਗਾ ਬਟ ਉਹਦਾ ਕਰੈਕਟਰ ਨਹੀਂ ਬਦਲੇਗਾ। ਕਰੈਕਟਰ ਉਹਦਾ ਕਿਉਂ ਨਹੀਂ ਬਦਲੇਗਾ? ਕਿਉਂਕਿ ਕਰੈਕਟਰ ਨੂੰ ਉਹਦਾ ਰਿਵਾਰਡ ਸਮਾਜ ਫਿਰ ਵੀ ਕਰੀ ਜਾਏਗਾ। ਸਮਾਜ ਵਿੱਚ ਬਦਲਾਅ ਆਉਣ ਤੇ ਟਾਈਮ ਆਏਗਾ। ਜਿਸ ਵੇਲੇ ਕੁਐਸਚਨਸ ਆਣਗੇ ਜਿਹੜੇ ਥੱਲੇ ਜਿਹੜੀਆਂ ਸਟਰਕਚਰਲ ਚੀਜ਼ਾਂ ਨੇ, ਅਸੀਂ ਗ੍ਰੀਨ ਰੈਵੋਲੂਸ਼ਨ ਵੱਲ ਨੂੰ ਮੁੜੇ ਸੀ, ਸਾਡੇ ਕੁਝ ਟੂਲਸ ਬਣੇ ਸੀ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਇਹਦੇ ਮੋਢਿਆਂ ਤੇ ਚੜ੍ਹ ਕੇ ਅਸੀਂ ਰਾਈਡ ਕੀਤਾ ਵਰਚੁਅਲੀ ਗ੍ਰੀਨ ਰੈਵੋਲੂਸ਼ਨ ਦੇ ਵਿੱਚ। ਪੰਜਾਬ ਦੀ ਔਰ ਜਿਸ ਵੇਲੇ ਉਹ ਅਸੀਂ ਪੇਂਡੂ ਸੱਭਿਅਤਾ ਦਾ ਉੱਥੇ ਅਜਾਇਬ ਘਰ ਦੇਖਦੇ ਸੀਗੇ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਆਪਾਂ ਦੋਨੋਂ ਉੱਥੋਂ ਦੇ ਤਾਲਿਬ ਇਲਮ ਆ, ਤੇ ਸਾਨੂੰ ਇਹ ਸੀਗਾ ਕਿ ਪੰਜਾਬ ਦੇ ਪਿੰਡਾਂ ਦੀ ਨੁਹਾਰ ਲਈ ਇਹ ਯੂਨੀਵਰਸਿਟੀ ਰਿਸਪੌਂਸੀਬਲ ਹੈ। ਅੱਜ ਪੰਜਾਬ ਦਾ ਉਹ ਵੰਡਿਆ ਮਾੜਾ ਧੀੜਾ ਕੀਤਾ ਹੋਇਆ ਪਿੰਡ ਦਿੱਲੀ ਦੇ ਬਾਰਡਰਾਂ ਤੇ ਲੜ ਰਿਹਾ। ਉਹ ਪੰਜਾਬ ਦੇ ਪਿੰਡ ਦੀ ਨੁਹਾਰ ਲਈ, ਉਹਦੀ ਐਗਜ਼ਿਸਟੈਂਸ ਲਈ, ਉਹਦੀ ਹੋਂਦ ਦੀ ਲੜਾਈ ਲੜ ਰਿਹਾ, ਤੇ PAU ਇਹਦੇ ਵਿੱਚੋਂ ਗਾਇਬ ਹੈ। ਯੂਨੀਵਰਸਿਟੀ ਨੂੰ ਗਾਇਬ ਹੈ ਤਾਂ ਇਸ ਹੱਦ ਤੱਕ ਹੈ ਕਿ ਉੱਥੇ ਯੂਨੀਵਰਸਿਟੀ ਦੀ ਐਬਸੈਂਸ ਨੂੰ ਵੀ ਕੋਈ ਨਹੀਂ ਪੁੱਛ ਰਿਹਾ। ਕਿਸੇ ਨੇ ਭਾਈ ਪੁੱਛਿਆ ਵੀ ਨਹੀਂ ਵੀ ਤੇ ਯੂਨੀਵਰਸਿਟੀ ਕਿੱਥੇ ਹੈਗੀ ਹੈ, ਗਵਾਚ ਗਈ ਹੈ, ਇਹਦਾ ਕੋਈ ਲੈਣਾ ਦੇਣਾ ਵੀ ਹੈ ਕਿ ਨਹੀਂ, ਕਿਉਂਕਿ ਯੂਨੀਵਰਸਿਟੀ ਨੇ ਯੂਨੀਵਰਸਿਟੀ ਤਲਾਕ ਲੈ ਚੁੱਕੀ ਹੋਈ ਹੈ ਪੰਜਾਬ ਦੇ ਪਿੰਡ ਤੋਂ। ਉਹ ਪ੍ਰੋਫੈਸਰਾਂ ਦੀ ਕੁਝ 100 ਸੈਂਕੜੇ ਪ੍ਰੋਫੈਸਰਾਂ ਦੀ ਰੋਜ਼ੀ ਰੋਟੀ ਲਈ ਔਰ ਯੂਨੀਵਰਸਿਟੀ ਜਿੰਦੀ ਰੱਖੀ। ਪਰ ਜਿਸ ਵੇਲੇ ਇਹ ਸਾਰੀ ਫੌਜ ਉੱਥੋਂ ਵਾਪਸ ਮੁੜੇਗੀ ਤਾਂ ਇਹ ਸਵਾਲ ਪੁੱਛੇਗੀ, ਫਿਰ ਉਹ ਸਟਰਕਚਰ ਚੇਂਜ ਹੋਣਗੀਆਂ। ਮੇ ਬੀ ਪੋਲੀਟੀਕਲ ਪਾਰਟੀ ਨਾਲ ਚੇਂਜ ਹੋਵੇ, ਅਕਾਲੀ ਦਲ ਦਾ ਕੈਂਡੀਡੇਟ ਨਾਲ ਚੇਂਜ ਹੋਵੇ, ਆਮ ਆਦਮੀ ਪਾਰਟੀ ਦਾ ਤਮਾਸ਼ੇਬਾਜ਼ੀਆਂ ਨਾਲ ਚੇਂਜ ਹੋਣ, ਭਗਵੰਤ ਮਾਨ ਦੇ ਚੁਟਕਲੇ ਉਹੀ ਰਹਿਣ, ਪਰ ਉੱਥੇ ਪ੍ਰੈਸ਼ਰ ਬਣੇਗਾ। ਮੈਂ ਇਹ ਕਹਿ ਰਿਹਾ ਕਿ ਤੁਹਾਨੂੰ ਇਸ ਤੇ ਸ਼ੱਕ ਕਿਉਂ ਹੈ ਕਿ ਇੱਕ ਰੈਲੇਵੈਂਟ ਟੈਂਜੀਬਲ ਪ੍ਰੈਸ਼ਰ ਸਟਰਕਚਰਲ ਐਲੀਮੈਂਟਸ ਦੇ ਉੱਤੇ ਸਮਾਜ ਦੇ ਪਏਗਾ ਵਿਚ ਵਿਲ ਚੇਂਜ, ਇਵੋਲਵ ਇਦਾਂ ਹੀ ਹੁੰਦੀਆਂ ਚੀਜ਼ਾਂ। ਪੰਜਾਬ ਵਿੱਚ ਹਜ਼ਾਰਾਂ ਰੌਬਸਪੀਅਰ ਨਹੀਂ ਹੈਗਾ, ਗਿਲੋਟਿਨ ਨਹੀਂ ਲੱਗਣੀ, ਸਿਰ ਨਹੀਂ ਵੱਡੇ ਜਾਣੇ, ਫ੍ਰੈਂਚ ਰੈਵੋਲੂਸ਼ਨ ਨਹੀਂ ਆਣਾ। ਨਹੀਂ, ਲੌਂਗ ਟਰਮ ਜਿਹੜਾ ਚੇਂਜ ਹੁੰਦਾ ਨਾ ਜੀ, ਉਹਦੇ ਬਾਰੇ ਤੁਸੀਂ ਹੋਪ ਕਰ ਸਕਦੇ ਹੋ। ਉਹ ਮੈਂ ਵੀ ਕਰਨਾ ਚਾਹੁੰਦਾ। ਸ਼ਾਮਲਾਟ ਵਾਲੇ ਇਸ਼ੂ ਤੇ PAU ਦਾ ਕਦੀ ਕੋਈ ਪ੍ਰੋਫੈਸਰ ਬੋਲਿਆ ਤਾਂ ਨਹੀਂ, ਕੋਈ ਜਵਾਬ ਕੋਈ ਆਇਆ ਤਾਂ ਨਹੀਂ ਕਦੀ ਕਿਸੇ ਦਾ ਕੋਈ ਬਿਆਨ ਵਗੈਰਾ, ਕੋਈ PAU ਦਾ ਕੋਈ ਲੈਣਾ ਦੇਣਾ ਨਹੀਂ। ਉਹ ਕਾਮਰੇਡੀ ਮਸਲਾ ਹੈ ਨਾ, ਉਹ ਕਾਮਰੇਡੀ ਮਸਲਾ ਹੈ। ਤਾਂ ਉਹ ਉਹਦੇ ਬਾਰੇ ਕੋਈ ਨਹੀਂ, ਯੂ ਆਰ ਗਿਵਿੰਗ ਲੇਬਲਸ। ਤੇ ਹੁਣ ਮੈਂ ਨਹੀਂ, ਉਹ ਸਾਨੂੰ ਡੋਨਟ ਰਸ਼ ਟੂ ਡਿਫੈਂਡ ਯੋਰਸੈਲਫ। ਆਪਾਂ ਨਹੀਂ, ਵਾਟ ਆਮ ਸੇਇੰਗ ਇਜ਼ ਕਿ ਲੇਬਲਿੰਗ ਇੰਨੀ ਈਜ਼ੀ ਹੈ ਪੰਜਾਬ ਦੇ ਵਿੱਚ। ਲੇਬਲਿੰਗ ਹੈ ਈਜ਼ੀ, ਮੰਨਦਾ ਮੈਂ। ਹੁਣ ਉਹਦਾ ਸਭ ਤੋਂ ਵੱਡਾ ਕਾਰਨ ਕੀ ਹੈ? ਕਿਉਂਕਿ ਸਾਡੇ ਜਿਹੜੇ ਪੂਰੇ ਸਟਰਕਚਰ ਦੇ ਵਿੱਚ ਕੋਈ ਸਟਰਕਚਰਲ ਚੇਂਜ ਵਾਸਤੇ ਕੋਈ ਨਹੀਂ ਲੜਦਾ। ਕਿ ਝੂਠੀ ਇੱਕ ਚੜ੍ਹਦੀ ਕਲਾਂ ਅਸੀਂ ਬਣਾ ਕੇ ਰੱਖਦੇ ਹਾਂ ਆਪਦੇ ਆਪ ਨੂੰ ਸਵਾਲ ਨਹੀਂ ਕਰਦੇ। ਨਸ਼ੇ ਦੀ ਮੈਂ ਗੱਲ ਨੂੰ ਹੋਰ ਪਾਸੇ ਲੈ ਜਾਣਾ, ਕਿਉਂ ਅਸੀਂ ਲੌਂਗ ਟਰਮ ਚੇਂਜ ਕਿਉਂ ਨਹੀਂ ਹੁੰਦਾ? ਲੌਂਗ ਟਰਮ ਚੇਂਜ ਬਾਰੇ ਹੋਪ ਤੇ ਮੈਂ ਵੀ ਕਰ ਸਕਦਾ, ਤੁਸੀਂ ਵੀ ਕਰ ਰਹੇ ਜੇ, ਕਰਨੀ ਵੀ ਚਾਹੀਦੀ ਹੈ। ਬਟ ਲੌਂਗ ਟਰਮ ਚੇਂਜ ਦੇ ਵਿੱਚ ਜੇ ਸਡਨਲੀ ਕੋਈ ਇੱਕ ਫਿਲਮ ਰਿਲੀਜ਼ ਹੋ ਜਾਂਦੀ ਹੈ ਤੇ ਉਹ ਸਾਨੂੰ ਸਾਰਿਆਂ ਨੂੰ ਲਾਮਬੰਦ ਕਰ ਦਿੰਦੀ ਹੈ ਕਿ ਉਹ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਅਸੀਂ ਆਪਦੇ ਆਪ ਨੂੰ ਜਿਹੜਾ ਸਭ ਤੋਂ ਈਜ਼ੀ ਸਵਾਲ ਦੈਟ ਇਜ਼ ਦ ਪਾਵਰ ਆਫ ਆਇਡੈਂਟੀਟੀ ਇਸ਼ੂਸ, ਉਹ ਤਾਂ ਹੁੰਦਾ ਹੀ ਹੈ। ਨਹੀਂ, ਮੈਂ ਇਹ ਕਹਿ ਰਿਹਾ ਕਿ ਅਸੀਂ ਕਿੰਨੇ ਬੇਵਕੂਫ ਹੋਵਾਂਗੇ। ਚਲੋ ਮੈਂ ਲੋਕ ਨਹੀਂ ਕਹਿੰਦਾ, ਲੋਕਾਂ ਦੇ ਵਿੱਚ ਆਪਦੇ ਆਪ ਨੂੰ ਵੀ ਸ਼ਾਮਿਲ ਕਰਦਾ ਹੈ ਨਾ, ਹੈਗੇ ਆ ਅਸੀਂ ਸ਼ਾਮਿਲ। ਹਾਂ, ਮੈਂ ਉਹੀ ਕਹਿ ਰਿਹਾ ਕਿਉਂਕਿ ਜੇ ਮੈਂ ਪਹਿਲਾਂ ਜੇ ਉਹ ਸ਼ਬਦ ਵਰਤਦਾ ਸੀ ਤਾਂ ਉਹ ਇਹ ਲੱਗਦਾ ਸੀ ਕਿ ਮੈਂ ਕਿਸੇ ਹੋਰ ਦੀ ਗੱਲ ਕਰ ਰਿਹਾ। ਅਸੀਂ ਸਭ ਤੋਂ ਪਹਿਲਾਂ ਇਹ ਕਰਨ ਲੱਗ ਜਾਂਦੇ ਆ ਕਿ ਸਾਨੂੰ ਬਦਨਾਮ ਕੀਤਾ ਜਾ ਰਿਹਾ, ਸਾਡੀ ਅਣਖ ਤੇ ਸੱਟ ਮਾਰੀ ਜਾ ਰਹੀ ਹੈ, ਸਾਡੇ ਤਾਂ ਜੀ ਨਸ਼ਾ ਹੈ ਹੀ ਨਹੀਂ, ਹੈਗਾ ਤਾਂ ਜੀ ਇਹ ਵਧਾ ਕੇ ਦੱਸਿਆ ਜਾ ਰਿਹਾ। ਗੋਆ ਵੱਲ ਵੇਖ ਲਓ ਜੀ, ਮੈਕਸੀਕੋ ਨੂੰ ਵੇਖ ਲਓ ਜੀ। ਕਿਉਂਕਿ ਜਿਵੇਂ ਹੀ ਸਵਾਲ ਕੋਈ ਉੱਠਦਾ ਹੈ ਤਾਂ ਸਾਡੀ ਅਣਖ ਉਹਦੇ ਵਿੱਚ ਚੜ ਜਾਂਦੀ ਹੈ। ਹੁਣ ਜੇ ਅਸੀਂ ਆਪਦੇ ਆਪ ਨੂੰ ਜੇ ਇਹ ਸਵਾਲ ਹੀ ਨਹੀਂ ਕਰ ਸਕਦੇ ਜਿਹੜੀ ਸਾਡੇ ਹਰ ਘਰ ਨੂੰ ਇਫੈਕਟ ਕਰਨ ਵਾਲੀ ਪ੍ਰੋਬਲਮ ਹੈ, ਤਾਂ ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਅਸੀਂ ਆ ਕੇ ਆਪਦੇ ਹੀ ਉਹਨਾਂ ਪੋਲੀਟੀਸ਼ੀਅਨਸ ਨੂੰ ਨਵਾਂ ਸਵਾਲ ਕਰ ਲਈਏ? ਬਟ ਅੱਜ ਦੀ ਡੇਟ ਦੇ ਵਿੱਚ ਸਾਡਾ ਪੰਜਾਬ ਇਸ ਵੇਲੇ ਦੁਨੀਆ ਨਾਲ ਜੁੜਿਆ, ਘੱਟੋ ਘੱਟ ਅਸੀਂ ਕੈਨੇਡਾ ਆਸਟ੍ਰੇਲੀਆ ਨਾਲ ਤੇ ਜਿੱਦਾਂ ਜੁੜੇ ਹਾਂ, ਤੇ ਜਿਸ ਵੇਲੇ ਕੈਨੇਡਾ ਦੇ ਸ਼ਹਿਰਾਂ ਦੇ ਸ਼ਹਿਰ ਅੱਗਾਂ ਲੱਗ ਰਹੀਆਂ ਨੇ
ਜੋ ਉੱਥੇ ਕਲਾਈਮੇਟ ਚੇਂਜ ਕਰ ਰਹੀ ਹੈ, ਜਿਵੇਂ ਤਾਪਮਾਨ ਚੜ ਰਹੇ ਨੇ, ਲਾਸ਼ਾਂ ਵਿਚ ਰਹੀਆਂ ਨੇ ਕੈਨੇਡਾ ਦੇ ਵਿੱਚ, ਮਤਲਬ ਹੰਡਰਡਸ ਆਫ ਡੈਥਸ ਦੀ ਗੱਲ ਹੋ ਰਹੀ ਆ ਉੱਥੇ। ਤੇ ਅਜੇ ਵਿੱਚ ਸਾਡੀ ਪੋਲਿਟਿਕਸ ਨੂੰ ਉਧਰ ਨੂੰ ਕੋਈ ਮੋੜਾ ਨਹੀਂ ਆਵੇਗਾ ਕਿ ਅਸੀਂ ਕਲਾਈਮੇਟ ਚੇਂਜ ਨਾਲ ਕਿਵੇਂ ਰਹਿਣਾ ਹੈ। ਕੀ ਇਹ ਸਾਡਾ ਇਹ ਮੁੱਦਾ ਨਹੀਂ ਹੋਵੇਗਾ? ਸਾਡੇ ਬੱਚਿਆਂ ਦਾ ਤਾਂ ਇਹ ਉੱਥੇ ਆਲਰੇਡੀ ਮੁੱਦਾ ਬਣ ਗਿਆ ਹੈ। ਇਹ ਤਾਂ ਸਾਡੇ ਕੈਨੇਡਾ ਦੇ ਮੁੰਡੇ ਦਾ ਮੁੱਦਾ ਬਣ ਗਿਆ ਤੇ ਇੱਥੇ ਸਾਡੇ ਦਿੱਲੀ ਦਾ ਬਣ ਗਿਆ ਜੀ। ਦਿੱਲੀ ਦਾ ਬਣ ਗਿਆ ਹੈ। ਤੇ ਜਿਹੜਾ ਸਾਡਾ ਬੱਚਾ ਇੱਥੇ ਰਹਿ ਰਿਹਾ ਹੈ, ਜਿਹਦੀ ਕਲਾਈਮੇਟ ਚੇਂਜ ਨੇ ਖੇਤੀ ਦੇ ਉੱਤੇ ਸਿੱਧਾ ਅਸਰ ਪੈਣਾ ਹੈ। ਇਨਫੈਕਟ ਗਵਰਨਮੈਂਟ ਆਫ ਇੰਡੀਆ ਦਾ ਆਪਣਾ ਇਕਨੋਮਿਕ ਸਰਵੇ ਕਹਿ ਰਿਹਾ ਸੀਗਾ ਕਿ ਕਲਾਈਮੇਟ ਚੇਂਜ ਦੇ ਨਾਲ ਕਿਸਾਨਾਂ ਦੀ ਆਮਦਨ ਦੇ ਉੱਤੇ 25% ਦਾ ਅਸਰ ਸਿੱਧਾ ਪੈ ਜਾਣਾ। ਕਿੱਥੇ ਹੋਣ ਦੀ ਲੜਾਈ ਲੜਦਿਆਂ ਦੀ ਆਮਦਨ ਦੇ ਵਿੱਚ ਜੋ 25% ਦਾ ਅਸਰ ਪੈਂਦਾ ਕਲਾਈਮੇਟ ਚੇਂਜ, ਤਾਂ ਸੂਰਜ ਚੰਨ ਤਾਰਿਆਂ ਨੇ ਮੇਰੀ ਸਿਆਸਤ ਵਿੱਚ ਕਦੋਂ ਆਣਾ ਹੈ? ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਨਾ ਜੀ, ਇਹਦੇ ਤੇ ਵੀ ਨਾਲ ਜੁੜੇਗੀ। ਜਿਵੇਂ ਹੀ ਦਿੱਲੀ ਵਿੱਚ ਸਮਝ ਲਓ ਇਹ ਗੱਲ ਕਹੀ ਜਾਂਦੀ ਹੈ ਕਿ ਇੱਥੋਂ ਗਈ ਜਿਹੜੀ ਆਪਣੀ ਸਟਬਲ ਬਰਨਿੰਗ ਕਰਕੇ ਜਿਹੜਾ ਉੱਥੇ ਪਹੁੰਚਿਆ ਪਰਾਲੀ ਛਾਪਣ ਕਰਕੇ, ਨਾਲ ਦੀ ਨਾਲ ਸਾਰੀ ਉਹ ਪ੍ਰੋਬਲਮ ਜਿਹੜੀ ਇੱਥੇ ਵੀ ਐਗਜ਼ਿਸਟ ਕਰਦੀ ਹੈ ਉਹਨੂੰ ਕਿਹੜੇ ਰੰਗ ਵਿੱਚ ਰੰਗਿਆ ਜਾਂਦਾ ਹੈ ਕਿ ਦੇਖੋ ਜੀ ਇਹ ਆਈ ਨੋ ਵੈਸਟਡ ਇੰਟਰਸਟ ਹੋਣਗੇ। ਵੈਸਟਡ ਇੰਟਰਸਟ ਨਹੀਂ ਕਰਦੇ ਜੀ, ਵੈਸਟਡ ਇੰਟਰਸਟ ਨਹੀਂ ਕਰਦੇ ਸਿਰਫ ਉਹਨੂੰ। ਗਲੀ ਦਾ ਬੰਦਾ ਵੀ ਇਹੀ ਕਹਿੰਦਾ ਹੈ ਅੰਮ੍ਰਿਤਸਰ ਤੱਕ ਕੋਈ ਪੋਲੂਸ਼ਨ ਨਹੀਂ ਹੈਗਾ। ਮੈਂ ਕਹਿ ਰਿਹਾ ਸਿਰਫ ਪੋਲੀਟੀਸ਼ੀਅਨ ਹੀ ਪੋਲਿਟਿਕਸ ਨਹੀਂ ਕਰਦਾ। ਸਾਡਾ ਜਿਹੜਾ ਓਪੀਨੀਅਨ ਲੀਡਰ ਹੈ, ਸਾਡਾ ਜਿਹੜਾ ਬੁੱਧੀਜੀਵੀ ਹੈ, ਮੇਰਾ ਇੰਟੈਲੈਕਚੁਅਲ ਹੈ, ਮੇਰਾ ਪ੍ਰੋਫੈਸ਼ਨਲ ਹੈ, ਜਿਹੜਾ ਸਮਾਜ ਦਾ ਓਪੀਨੀਅਨ ਮਾਈਂਡ ਮੇਕਰ, ਓਪੀਨੀਅਨ ਮੇਕਰ ਹੁੰਦਾ ਹੈ, ਉਹ ਸਿਆਸਤ ਨੂੰ ਇਸ ਥਾਂ ਤੇ ਲਿਆਉਣ ਦੀ ਕੁਵਤ ਰੱਖਦਾ ਤੇ ਕੀ ਉਹ ਇਸ ਵਾਰੀ ਆਪਣਾ ਬਣਦਾ ਰੋਲ ਨਿਭਾਏਗਾ? ਵਰਨਾ ਕਿਸਾਨ ਅੰਦੋਲਨ ਦੇ ਟਾਰਗੇਟ ਦੇ ਉੱਤੇ, ਉਹਨਾਂ ਦੇ ਹਦਫ ਦੇ ਉੱਤੇ ਅਗਲੀ ਵਾਰ ਸਿਰਫ ਸਰਕਾਰੇ ਹਿੰਦ ਨਹੀਂ ਹੋਵੇਗੀ, ਇਹ ਸਾਰਾ ਬੁੱਧੀਜੀਵੀ ਭਾਈਚਾਰਾ ਵੀ ਹੋਵੇਗਾ ਕਿ ਤੁਸੀਂ ਲੜਾਈ ਦੇ ਵਿੱਚ ਜਿਨ੍ਹਾਂ ਕੋਲ ਹਥਿਆਰ ਸੀ ਅਕਲ ਦੇ ਲੜਨ ਲਈ, ਤੁਸੀਂ ਹਥਿਆਰ ਕਿਹੜੇ ਪਾਸੇ ਲਈ ਵਰਤ ਰਹੇ ਸੀ? ਯੂ ਥਿੰਕ ਐਵਰੀਬਾਡੀ ਵਿਲ ਬੀ ਹੈਲਡ ਰਿਸਪੌਂਸਿਬਲ। ਡਿਬੇਟਸ ਲਾਈਕ ਦਿਸ ਆਲਸੋ। ਹਾਂਜੀ, ਉਹਦੇ ਵਿੱਚ ਮੈਂ ਤੁਹਾਨੂੰ ਉਹੀ ਗੱਲ ਕਰਦਾ ਜਿੱਥੋਂ ਸ਼ੁਰੂ ਮੈਂ ਕੀਤੀ ਸੀ, ਗਲੋਬਲਾਈਜੇਸ਼ਨ ਦੀ ਗੱਲ ਜਿਹੜੀ ਆਈ ਸੀ। ਪਲੀਜ਼ ਰੈਪ ਇਟ ਅਪ ਫॉर ਮੀ। ਹਾਂਜੀ, ਗਲੋਬਲਾਈਜੇਸ਼ਨ ਜਦੋਂ ਵੱਧਦੀ ਤੁਰੀ ਜਾ ਰਹੀ ਹੈ, ਅਸੀਂ ਦੂਸਰੇ ਪਾਸੇ ਜਿਹੜੀ ਸਿਆਸਤ ਹੈ, ਤੁਸੀਂ ਇਹ ਧਿਆਨ ਨਾਲ ਦੇਖੋ, ਕਿਉਂਕਿ ਇਹਦੇ ਨਾਲ ਜਿਹੜੀ ਗਲੋਬਲਾਈਜੇਸ਼ਨ ਹੈ, ਮੈਂ ਪਹਿਲਾਂ ਕਿਹਾ ਕਿ ਸਿਰਫ ਜਿਹੜਾ ਪੂੰਜੀ ਆ ਉਹਦੀ ਗਲੋਬਲਾਈਜੇਸ਼ਨ ਹੋਈ ਹੈ, ਕਿਰਤ ਦੀ ਨਹੀਂ ਹੋਈ। ਉਹਦੇ ਨਾਲ ਕੀ ਹੁੰਦਾ, ਉਹ ਕਿਰਤ ਦੀ ਗਲੋਬਲਾਈਜੇਸ਼ਨ ਨਹੀਂ ਹੋਈ ਤੇ ਉਹਦੇ ਨਾਲ ਕੀ ਹੋਈ ਹੈ, ਤੁਹਾਡੀ ਜਿਹੜੀ ਸਿਆਸਤ ਹੈ ਉਹ ਕਿਰਤ ਨਾਲ ਹਮੇਸ਼ਾ ਜੁੜੀ ਰਹਿੰਦੀ ਹੈ। ਉਹ ਜਿਹੜੀ ਹੈਗੀ ਆ, ਸੋ ਜਿਹੜੀ ਸਿਆਸਤ ਆ ਉਹ ਬਹੁਤ ਹੀ ਸੰਕੀਰਨ ਔਰ ਲੋਕਲਾਈਜ਼ ਹੋਏਗੀ। ਦੂਸਰੀ ਗੱਲ ਜਿਹੜੀ ਆਉਂਦੀ ਆ ਨਾ ਜੀ, ਹੁਣ ਜਿਹੜੇ ਕਿਉਂਕਿ ਸਿਆਸਤ ਲੋਕਲਾਈਜ਼ ਹੋ ਗਈ, ਇਸ ਲਈ ਸਾਡੇ ਮੈਨੀਫੈਸਟੋਆਂ ਦੇ ਵਿੱਚ ਕਦੇ ਬਿਜਲੀ ਫ੍ਰੀ ਹੋ ਜਾਂਦੀ ਆ, ਕਦੇ ਘਰ ਘਰ ਰੋਜ਼ਗਾਰ ਆ ਜਾਂਦਾ, ਸਾਰਾ ਕੁਝ ਹੋ ਜਾਂਦਾ। ਪਰ ਜਦੋਂ ਅਸੀਂ ਜਿੱਤ ਜਾਂਦੀ ਹੈ, ਜਿਹੜਾ ਪੋਲੀਟੀਸ਼ੀਅਨ ਜਿੱਤ ਜਾਂਦਾ, ਫਿਰ ਹੱਥੇ ਕਿਹਦੇ ਚੜਦਾ? ਉਹ ਗਲੋਬਲਾਈਜੇਸ਼ਨ ਦੀਆਂ ਤਾਕਤਾਂ ਦੇ ਹੱਥੇ ਚੜ ਜਾਂਦਾ। ਏਜੰਡਾ ਉਹਨਾਂ ਦਾ ਇੰਪਲੀਮੈਂਟ, ਉਹ ਜਿਹੜੀਆਂ ਗਲੋਬਲਾਈਜੇਸ਼ਨ ਤੇ ਮਾਰਕੀਟ ਦੀਆਂ ਫੋਰਸਿਸ ਨੇ, ਉਹਦੇ ਸੰਘੇ 'ਚ ਹੱਥ ਪਾ ਕੇ ਨਾ, ਉਹਦੀ ਧੌਣ ਨੱਪ ਕੇ ਉਹ ਆਪਣਾ ਏਜੰਡਾ ਇੰਪਲੀਮੈਂਟ ਕਰਾਉਂਦੀਆਂ ਨੇ। ਔਰ ਕਿਸੇ ਸਿਆਸੀ ਬਣਦੇ ਨਹੀਂ, ਕਿਸੇ ਸਿਆਸੀ ਪਾਰਟੀ ਦੀ, ਕਿਸੇ ਸਿਆਸੀ ਲੀਡਰ ਦੀ ਇਸ ਵੇਲੇ ਜਿਹੜੇ ਹੈਗੀਆਂ ਲੱਤਾਂ 'ਚ ਜ਼ੋਰ ਨਹੀਂ ਹੈ ਕਿ ਉਹਨੂੰ ਰੈਜ਼ਿਸਟ ਕਰੇ। ਹੁਣ ਰੈਜ਼ਿਸਟੈਂਸ ਕਿੱਥੋਂ ਆ ਰਹੀ ਹੈ? ਰੈਜ਼ਿਸਟੈਂਸ ਆ ਰਹੀ ਹੈ ਗਰਾਊਂਡ ਲੈਵਲ ਤੋਂ। ਉਹ ਕਿਸੇ ਲੈਵਲ ਤੇ ਬਿਲਡ ਅਪ ਹੋਏਗੀ। ਔਰ ਜਿਹੜਾ ਹੈਗਾ ਜੀ ਤੁਹਾਡਾ ਇੰਟਰਫੇਸ ਬਣਨਾ, ਜਦੋਂ ਸਿਆਸਤ ਨੇ ਉਸ ਰੈਜ਼ਿਸਟੈਂਸ ਨੂੰ ਐਡਰੈਸ ਕਰਨਾ ਸ਼ੁਰੂ ਹੋਣਾ, ਤੁਹਾਡਾ ਸੋਸ਼ਲ ਚੇਂਜ, ਪੋਲੀਟੀਕਲ ਚੇਂਜ, ਉਹ ਜਿਹੜੀ ਸਿਆਸਤ ਔਰ ਸਿਆਸੀ ਬਦਲ, ਉਦੋਂ ਉਹ ਤੁਹਾਨੂੰ ਰਿਫਲੈਕਟ ਹੋਣੇ ਸ਼ੁਰੂ ਹੋ ਜਾਣਗੇ। ਵੈਲ ਸੈਡ। ਮੈਨੂੰ ਲੱਗਦਾ ਹੋਰ ਕੁਝ ਕਹਿਣ ਦੀ ਲੋੜ ਹੀ ਨਹੀਂ। ਬਾਕੀ ਤੇ ਇੰਨਾ ਕੋਈ ਫਰਕ ਰਹਿ ਜਾਣਾ ਵੀ ਜਦੋਂ ਤੱਕ ਇਹ ਡਿਬੇਟ ਲੋਕਾਂ ਨੇ ਦੇਖਣਾ ਕੁਝ ਘੰਟਿਆਂ ਬਾਅਦ, ਤੇ ਪਤਾ ਨਹੀਂ ਨਵਜੋਤ ਸਿੱਧੂ ਦਾ ਕੀ ਹੋ ਗਿਆ ਹੋਣਾ, ਤੇ ਪਤਾ ਨਹੀਂ ਜਾਖੜ ਸਾਹਿਬ ਦੀ ਕੁਰਸੀ ਬਚੀ ਹੋਣੀ ਹੈ ਨਹੀਂ ਬਚੀ ਹੋਣੀ। ਉਹ ਵਾਲੇ ਹਿੱਸੇ ਤੁਹਾਨੂੰ ਹੋ ਸਕਦਾ ਇਹਦੇ 'ਚੋਂ ਮੰਨਫੀ ਵੀ ਜਾਪਨ, ਤੇ ਫਿਰ ਮਦਦ ਗਾਲਿਬ ਦੀ ਲੈ ਕੇ ਕਹਿ ਦਿੰਦੇ ਆ ਵੀ ਬਜ਼ੀ ਚਾਹੇ ਅਤਫਾਲ ਦੁਨੀਆ ਮੇਰੇ ਆਗੇ, ਹੋਤਾ ਹੈ ਸ਼ਬ ਰੋਜ਼ ਤਮਾਸ਼ਾ ਮੇਰੇ ਆਗੇ। ਤਮਾਸ਼ੇ ਤੋਂ ਬਚੇ ਰਹੋਗੇ ਤਾਂ ਸਿਆਸਤ ਤੁਹਾਡੀ ਹੋਏਗੀ। ਔਰ ਇਹਨਾਂ 'ਚੋਂ ਤਾਂ ਡਰ ਇਹੀ ਹੈ ਵੀ ਕਿਸੇ ਨਾ ਕਿਸੇ ਨੇ ਤੇ ਜਿੱਤ ਜਾਣਾ ਜੇ। ਅੱਜ ਲਈ ਇੰਨਾ ਹੀ। ਧੰਨਵਾਦ ਤੇ ਰੱਬ ਰਾਖਾ।